मैं ਇਹਦੇ ਤੇ ਡੇਟ ਪਾ ਕੇ ਦਊਂਗਾ। कंप्लीट हो गया ना, डायरेक्शन चेंज हो गया, कंप्लीट हो गया, प्रोसेस इज कंप्लीट। मैं पहला करके गया ਸੀ ਉਹਨਾਂ ਦੇ ਆਉਣ ਤੋਂ ਪਹਿਲਾਂ ਸਰ ਬੋਤਲਾਂ ਕੱਢਣੀਆਂ ਰਹਿੰਦੀਆਂ ਸੀਗੀਆਂ, ਪ੍ਰੋਸੈਸ ਹੋ ਗਿਆ। ਪਰ ਇਹਦੇ 'ਚ ਮੈਂ ਉਲਟਾ ਕੋਡ ਹੈ ਸਾਰਾ 5/12/20 ਇਹ 5/12/21 ਤੱਕ ਇਹਦੇ 'ਚ ਕੋਡ ਕੀ ਹੈ। BS ਮੀਨਸ ਬੰਦ ਸਿੰਘ, M ਮੀਨਸ ਮੁੱਲਾਪੁਰ, P ਇਜ਼ ਮਿਲਕ ਪ੍ਰੋਡਿਊਸਰ, ਪੰਜਾਬ ਬੰਦ ਸਿੰਘ ਮੁੱਲਾਪੁਰ ਪੰਜਾਬ, UHT ਮਲਟੀਪਰਪਜ਼ ਮਿਲਕ, Buffalo number 002. So traceability is from buffalo to consumer. Shelf life is 1 year. And no chemical, no preservative, zero cost. एक साल तक पी सकते बिल्कुल ਇਹਦੀ ਮੈਂ ਹੁਣੇ ਤੁਸੀਂ ਬੈਠੋ, ਪਹਿਲਾਂ ਆਪਾਂ ਇੰਟਰਵਿਊ ਤੋਂ ਬਾਅਦ ਕਰ ਲਾਂਗੇ, ਕਿਉਂਕਿ ਆਈ ਡੋਂਟ ਮੈਂ ਵੈਸੇ ਤਾਂ ਮੈਂ ਰਿਕੁਐਸਟ ਕਰੂੰਗੀ ਤੁਸੀਂ ਇਹਨੂੰ ਆਪਣੇ ਤੱਕ ਹੀ ਰੱਖੋ, ਅਜੇ ਨਾ ਕਰੋ। नहीं ये चीज़ नहीं आप करा ਤੁਸੀਂ ਨਾ ਦੱਸੋ, ਕਿਉਂਕਿ ਦੱਸਣ ਦੇ ਨਾਲ ਫਿਰ ਮੈਨੂੰ ਪ੍ਰੋਬਲਮ ਆ ਸਕਦੀ। बिल्कुल बिल्कुल नहीं आप नॉर्मल ਬਾਅਦ ਲੈ ਜਿਓ ਮੇਰੇ ਕੋਲ, ਜਦੋਂ ਮੈਂ ਕੈਨੇਡਾ ਤੋਂ ਵਾਪਸ ਆਊਂਗਾ ਤੇ ਦਸੰਬਰ ਦੇ ਵਿੱਚ ਮੈਂ ਸਰਦੀਆਂ 'ਚ ਇੱਥੇ ਹੁਣ, ਗਰਮੀਆਂ 'ਚ ਉੱਥੇ ਹੁੰਨਾ, ਤੇ ਤੁਸੀਂ ਮੇਰੇ ਕੋਲ ਲੈ ਆਓ। ਜੇ ਤੁਹਾਨੂੰ ਸ਼ੰਕਾ ਹੋਈ ਤਾਂ ਮੈਂ ਸਾਰੀ ਪੀ ਲੂੰਗਾ, ਤੇ ਜੇ ਤੁਹਾਨੂੰ ਵਿਸ਼ਵਾਸ ਹੋਇਆ ਤਾਂ ਅੱਧੀ ਤੁਸੀਂ ਪੀ ਲਿਓ, ਅੱਧੀ ਮੈਂ। ਤੇ ਮਤਲਬ ਇਹਨੂੰ ਐਵੇਂ ਪੀ ਸਕਦੇ ਆਪਾਂ, ਬੋਇਲ ਕਰਨ ਦੀ ਵੀ ਲੋੜ ਹੈਗੀ? ਬਿਲਕੁਲ, ਇਹ ਜ਼ੀਰੋ ਬੈਕਟੀਰੀਆ। ਮੈਂ ਤੁਹਾਨੂੰ ਉਹਦਾ ਕਰਨਾਲ ਦਾ ਸਰਟੀਫਿਕੇਟ ਦਿਖਾਉਣਾ, ਕਰਨਾਲ ਪਰ ਇਹ ਸਟੋਰੇਜ ਪੁਆਇੰਟ ਕੀ ਹੋਣਾ ਚਾਹੀਦਾ ਇਹਨੂੰ ਰੱਖਣ ਲਈ? ਹੁਣ ਐਟ ਰੂਮ ਟੈਂਪਰੇਚਰ, ਐਟ ਡਰਾਈ ਕੂਲ ਪਲੇਸ। ਤੁਸੀਂ ਆਪਣੇ ਲੋਕਰ 'ਚ ਰੱਖ ਦਿਓ, ਕੈਬਨਿਟ 'ਚ ਰੱਖ ਦਿਓ, ਐਟ ਰੂਮ ਟੈਂਪਰੇਚਰ ਇਟ ਵਿਲ ਸਟੇ ਗੁੱਡ ਫॉर 1 ਈਅਰ। ਟੀਵੀ ਪੰਜਾਬ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਹਾਂ ਗਗਨਦੀਪ ਸਿੰਘ। ਦਿੱਲੀ ਦੀਆਂ ਬਰੂਹਾਂ ਦੇ ਉੱਤੇ ਕਿਸਾਨ ਡਟੇ ਹੋਏ ਨੇ। ਮੰਗ ਹੈ ਕਿ ਤਿੰਨੋਂ ਖੇਤੀ ਕਾਨੂੰਨ ਰੱਦ ਕੀਤੇ ਜਾਣ ਤੇ MSP ਨੂੰ ਗਰੰਟੀ ਮਿਲੇ। ਪਰ ਕਿਸਾਨੀ ਦੀ ਜੇਕਰ ਅਸਲ ਤਸਵੀਰ ਦੀ ਅਸੀਂ ਗੱਲ ਕਰੀਏ, ਕਿਸਾਨਾਂ ਨੂੰ ਇਸ ਔਖੀ ਘੜੀ ਦੇ ਵਿੱਚ ਕਿਉਂ ਸਹਿਣਾ ਪੈ ਰਿਹਾ ਹੈ, ਇਸ ਔਖੀ ਘੜੀ ਦਾ ਕਿਉਂ ਸਾਹਮਣਾ ਕਰਨਾ ਪੈ ਰਿਹਾ ਹੈ, ਇਹ ਵੱਡਾ ਸਵਾਲ ਖੜਾ ਹੁੰਦਾ ਹੈ। ਹਾਲਾਂਕਿ ਕਿਸਾਨ ਝੋਨੇ ਤੇ ਕਣਕ ਦੀ ਖਰੀਦ ਦੇ ਵਿੱਚ ਤੇ ਝੋਨੇ ਤੇ ਕਣਕ ਦੀ ਬਿਜਾਈ ਦੇ ਵਿੱਚ ਹੀ ਰੁੱਝੇ ਰਹਿ ਜਾਂਦੇ ਨੇ। ਇਸ ਨਾਲ ਹੀ ਪਸ਼ੂ ਪਾਲਣ ਦੇ ਉੱਤੇ ਵੀ ਚਰਚਾ ਹੁੰਦੀ ਹੈ ਕਿ ਪਸ਼ੂ ਪਾਲਣ ਦੇ ਉੱਤੇ ਕਿਸਾਨ ਕਿਉਂ ਨਹੀਂ ਕੰਮ ਕਰਦੇ। ਜਿੱਥੇ ਪਹਿਲਾਂ ਇੱਕ ਪਾਸੇ ਕਿਸਾਨ ਜਿਹੜੇ ਨੇ ਉਹ ਦੁੱਧ ਦੀ ਪੈਦਾਵਾਰ ਕਰਦੇ ਸੀ, ਜਿੱਥੇ ਮੱਝਾਂ ਗਾਵਾਂ ਰੱਖਦੇ ਸੀਗੇ, ਉਹਨਾਂ ਦੇ ਵੱਲੋਂ ਦੁੱਧ ਦਾ ਜਿਹੜਾ ਸੀਗਾ ਕੰਮ ਕੀਤਾ ਜਾਂਦਾ ਸੀ, ਪਰ ਹੁਣ ਇਹ ਸਿਸਟਮ, ਇਹ ਬਿਜ਼ਨਸ ਕਿਉਂ ਘਟਦਾ ਹੋਇਆ ਨਜ਼ਰ ਆ ਰਿਹਾ ਹੈ। ਇਸ ਦੇ ਉੱਤੇ ਹੀ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਜਸਵੰਤ ਸਿੰਘ ਪੰਧੇਰੋਣੀ ਮੌਜੂਦ ਨੇ, ਜਿਹੜੇ ਕਿ ਦੁੱਧ ਦੇ ਆਪਾਂ ਕਹਿ ਸਕਦੇ ਹਾਂ ਮਾਹਿਰ ਨੇ, ਤੇ ਆਪਣਾ ਪੈਸ਼ਨ ਵੀ ਜਿਹੜਾ ਹੈਗਾ ਉਹ ਦੁੱਧ ਨੂੰ ਮੰਨਦੇ ਨੇ। ਸਰ ਸਤਿ ਸ਼੍ਰੀ ਅਕਾਲ, ਤੁਹਾਡਾ ਸਵਾਗਤ ਹੈ। ਰਣਜੀਤ ਜੀ, ਤੁਸੀਂ ਬਹੁਤ ਅੱਛਾ ਕੰਮ ਕਰ ਰਹੇ ਹੋ ਕਿ ਅੱਜ ਮੈਨੂੰ ਵੀ ਬਹੁਤ ਸਾਨੂੰ ਸਾਰੇ ਸਮਾਜ ਨੂੰ ਤਕਲੀਫ ਹੈ ਕਿ ਅੱਜ ਕਿਸਾਨ ਜਿਹੜਾ ਕਿ ਅੰਨਦਾਤਾ ਹੈ, ਸਾਰੇ ਹਿੰਦੁਸਤਾਨ ਦੀ ਫੂਡ ਪ੍ਰੋਬਲਮ ਨੂੰ ਉਹਨਾਂ ਨੇ ਹੱਲ ਕੀਤਾ ਆਪਣੀ ਮਿਹਨਤ ਨਾਲ, ਲਗਨ ਨਾਲ। ਤੇ ਅੱਜ ਅਗਰ ਉਹ ਇਸ ਤਰ੍ਹਾਂ ਡਿਸਟ੍ਰੈਸ ਦੇ ਵਿੱਚ ਹੈ ਤਾਂ ਸਾਨੂੰ ਜ਼ਿਆਦਾ ਲੋਕੀ ਜਿਹੜੇ ਇਸ ਸਿਸਟਮ ਦੇ ਵਿੱਚ ਹੈਗੇ ਨੇ ਉਹ ਪਾਰਟ ਆਫ ਦਾ ਪ੍ਰੋਬਲਮ ਨੇ। ਲੇਕਿਨ ਅੱਜ ਕਿਸਾਨ ਨੂੰ ਪਾਰਟ ਆਫ ਦਾ ਪ੍ਰੋਬਲਮ ਨਹੀਂ, ਬਲਕਿ ਉਹ ਸੱਜਣ ਚਾਹੀਦੇ ਨੇ ਜਿਹੜੇ ਕਿਸੇ ਸਬਜੈਕਟ ਦੀ ਨੌਲੇਜ ਰੱਖਦੇ ਹੋਣ ਤੇ ਉਹਨਾਂ ਨੂੰ ਇਸ ਮੁਸ਼ਕਲ ਦੇ ਵਿੱਚੋਂ ਕੱਢ ਕੇ ਇਹ ਸਾਬਤ ਕਰ ਦੇਣ ਕਿ ਇਹ ਜਿਹੜੇ ਕਾਨੂੰਨ ਨੇ, ਇਹ ਅਗਰ ਤਾਂ ਅਸੀਂ ਇਹਨਾਂ ਦਾ ਸਹੀ ਇਸਤੇਮਾਲ ਕਰਾਂਗੇ ਤਾਂ ਸਾਡੇ ਲਈ ਇਹ ਹਾਨੀਕਾਰਕ ਨਹੀਂ ਹੋਣਗੇ। ਲੇਕਿਨ ਅਗਰ ਅਸੀਂ ਇਹਨਾਂ ਨੂੰ ਸਮਝਣ ਤੋਂ ਬਿਨਾਂ ਜਾਂ ਸਰਕਾਰ ਦੀ ਜਿਹੜੀ ਉਹਦੇ 'ਚ ਸਪੋਰਟ ਤੋਂ ਬਿਨਾਂ ਅਸੀਂ ਇਹਨਾਂ ਨੂੰ ਇਹਦੇ 'ਚੋਂ ਲਾਭ ਨਹੀਂ ਲੈ ਸਕਾਂਗੇ। ਲੇਕਿਨ ਮੈਂ ਕਿਉਂਕਿ ਦੁੱਧ ਦੇ ਕੰਮ ਦੇ ਵਿੱਚ 50 ਸਾਲ ਇੱਥੇ ਰਿਹਾ ਹੈਗਾ ਕੈਨੇਡਾ ਇਮੀਗ੍ਰੇਟ ਕਰਨ ਤੋਂ ਪਹਿਲਾਂ, ਤੇ ਮੈਂ ਹਾਸੇ 'ਚ ਕਹਿਣਾ ਹੁੰਦਾ ਵੀ ਆ ਜਿਹੜੇ ਮੇਰੇ ਬਾਲ ਨੇ ਇਹ ਧੁੱਪ 'ਚ ਚਿੱਟੇ ਨਹੀਂ ਹੋਏ, ਦੁੱਧ 'ਚ ਰਹਿਣ ਕਰਕੇ ਚਿੱਟੇ ਹੋ ਗਏ। ਤੇ ਮੈਂ ਉਹਦੇ 'ਤੇ ਰਿਸਰਚ ਕੀਤੀ ਅਸੀਂ, ਮੈਂ ਹੁਣ ਇੱਕ ਇੰਟਰਨੈਸ਼ਨਲ ਮਿਸ਼ਨ ਡਾਇਰੈਕਟਰ ਹੈਗਾ, ਜਿਹਦੇ ਸਾਡਾ ਵਲੰਟਰੀ ਆਰਗੇਨਾਈਜੇਸ਼ਨ ਦਾ ਇੱਕ ਲਾਈਨ ਦਾ ਮਕਸਦ ਹੈ ਕਿ ਅਸੀਂ ਪੰਜਾਬ ਦੇ ਦੁੱਧ ਨੂੰ, ਅਰਬ ਕੰਟਰੀਜ਼ ਨੂੰ ਮੱਝ ਦਾ ਦੁੱਧ ਪੈਟਰੋਲ ਦੇ ਭਾਅ 'ਤੇ ਔਰ ਡੀਜ਼ਲ ਦੇ ਭਾਅ 'ਤੇ ਗਾਂ ਦਾ ਦੁੱਧ ਐਕਸਪੋਰਟ ਕਰਨ ਦੇ ਕਾਬਲ ਹੋ ਸਕਦੇ ਹਾਂ। ਲੇਕਿਨ ਉਹਦੇ ਨਾਲ
ਜਿਵੇਂ ਆਪਾਂ ਕੌਮਾ ਲਾ ਕੇ ਗੱਲ ਨੂੰ ਰੋਕ ਦਿੰਦੇ ਆ, ਰੋਕੋ ਮਤ ਜਾਣੇ ਦਿਓ, ਉਹ ਹੁਣ ਕੌਮਾ ਆਪਾਂ ਕਿੱਥੇ ਲਾਇਆ? ਜੇ ਤਾਂ ਆਪਾਂ ਲਾਤਾ ਕੌਮਾ ਰੋਕੋ ਤੋਂ ਬਾਅਦ ਰੋਕੋ ਮਤ ਜਾਣੇ ਦਿਓ, ਫਿਰ ਤਾਂ ਹੋਰ ਮਤਲਬ ਨੇ। ਜੇ ਆਪਾਂ ਰੋਕੋ ਮਤ ਤੋਂ ਬਾਅਦ ਕੌਮਾ ਲਾਤਾ ਰੋਕੋ ਮਤ ਜਾਣੇ ਦਿਓ, ਤਾਂ ਫਿਰ ਗੱਲ ਬਣ ਗਈ। ਹੁਣ ਉਹਦੇ 'ਚ ਮੈਂ ਜਿਵੇਂ ਤੁਹਾਨੂੰ ਦੱਸਿਆ ਵੀ ਅਸੀਂ ਆਪਣੀ 10-15 ਸਾਲ ਦੀ ਰਿਸਰਚ ਦਾ ਨਿਚੋੜ ਇਹ ਕੱਢਿਆ ਕਿ ਬਿਨਾਂ ਕੋਈ ਪੈਸਾ ਖਰਚ ਕੀਤੇ, ਬਿਨਾਂ ਕੋਈ ਟ੍ਰੇਨਿੰਗ ਦਿੱਤੇ, ਕਿਸਾਨ ਦੀ ਮੱਝ ਜਿਹੜੀ ਹੈ ਅੱਜ ਉਹਨੂੰ ਆਪਾਂ ਨੂੰ ਸ਼ੰਕਾ ਦੀ ਦ੍ਰਿਸ਼ਟੀ ਨਾਲ ਦੇਖਣ ਦੀ ਲੋੜ ਨਹੀਂ, ਗਾਂ ਨੂੰ ਵੀ ਦੇਖਣ ਦੀ ਲੋੜ ਨਹੀਂ। ਗਾਂ ਤੇ ਮੱਝ ਨੂੰ ਕੋਈ ਤਰੀਕਾ ਨਹੀਂ ਕਿ ਆਪਾਂ ਨੂੰ ਕਹੀਏ ਵੀ ਤੂੰ ਪਾਣੀ ਜ਼ਿਆਦਾ ਪੀ ਲਾ ਅਤੇ ਜਿਹੜਾ ਦੁੱਧ ਆ ਉਹ ਪਤਲਾ ਕਰ ਦੇ ਜਾਂ ਗਾੜਾ ਕਰ ਦੇ। ਉਹਦੇ 'ਚ ਕੁਦਰਤ ਨੇ ਜੋ ਸਿਸਟਮ ਲਾਇਆ ਹੋਇਆ, ਹਾਂ ਜਦੋਂ ਦੁੱਧ ਗਾਂ ਮੱਝ ਦੇ ਥਣਾਂ 'ਚੋਂ ਨਿਕਲਦਾ ਉਸ ਟਾਈਮ 'ਤੇ ਉਹ ਅੰਮ੍ਰਿਤ ਹੈ, ਕਿਉਂਕਿ ਉਹ ਅੰਮ੍ਰਿਤ ਉਸ ਨੇ ਸਾਡੇ ਲਈ ਨਹੀਂ ਪੈਦਾ ਕੀਤਾ, ਉਸ ਨੇ ਆਪਣੇ ਬੱਚੇ ਲਈ ਪੈਦਾ ਕੀਤਾ। ਅਤੇ ਮਾਂ ਜਿਹੜੀ ਹੈ ਅਗਰ ਬੱਚੇ ਲਈ ਕੋਈ ਚੀਜ਼ ਪੈਦਾ ਕਰਦੀ ਹੈ ਤਾਂ ਉਹਦੇ 'ਚ ਨਾ ਤਾਂ ਕੋਈ ਵਿਸ਼ਾਣੂ ਹੁੰਦੇ ਨੇ, ਨਾ ਉਹਦੇ 'ਚ ਕੋਈ ਮਿਲਾਵਟ ਹੁੰਦੀ ਹੈ, ਨਾ ਉਹਦੇ 'ਚ ਕੋਈ ਖਤਰਾ ਹੁੰਦਾ ਕਿ ਬੱਚਾ ਉਹ ਪੀ ਕੇ ਉਹਨੂੰ ਸੰਸਕਾਰ ਮਿਲਣਗੇ। ਮਾਂ ਦੇ ਜਿਹੜੇ ਗੁਣ ਨੇ ਜਾਂ ਉਹਦੇ ਬੁੱਲ ਦੇ ਜਿਹਦੇ ਨਾਲ ਉਹ ਬੱਚਾ ਪੈਦਾ ਹੋ, ਉਹਦੇ ਗੁਣ ਵੀ ਉਸ ਦੁੱਧ ਦੇ ਵਿੱਚ ਵਿਦਮਾਨ ਨੇ। ਅਤੇ ਅਗਰ ਅਸੀਂ ਉਸ ਦੁੱਧ ਨੂੰ ਉਸ ਪੁਆਇੰਟ 'ਤੇ ਹੀ ਬੋਤਲ 'ਚ ਪਾ ਕੇ ਸੀਲ ਕਰ ਦਈਏ ਜਿਉਂਦੇ ਸਾਰ, ਔਰ ਉਸ ਨੂੰ ਅਸੀਂ 4 ਡਿਗਰੀ ਤੋਂ ਘੱਟ ਟੈਂਪਰੇਚਰ 'ਤੇ ਠੰਡਾ ਰੱਖ ਦਈਏ, ਫਿਰ ਉਸ ਤੋਂ ਬਾਅਦ ਅਸੀਂ ਰਿਸਰਚ ਕਰਕੇ ਸਾਡੀ ਕੰਪਨੀ ਜਿਹੜੀ ਇੰਪਰੂਵਮੈਂਟ ਇਨੋਵੇਸ਼ਨ ਅਨਲਿਮਟਿਡ ਹੈ, ਜਿਹਦਾ ਮੈਂ ਵਨ ਆਫ ਦਾ ਫਾਊਂਡਰ ਡਾਇਰੈਕਟਰ, ਮੈਂ ਇਕੱਲਾ ਹੀ ਇੰਡੀਅਨ ਡਾਇਰੈਕਟਰ ਹੈ ਉਹਦੇ 'ਚ, ਅਸੀਂ ਉਹਦੇ 'ਤੇ ਰਿਸਰਚ ਕਰਕੇ ਇੱਕ ਮਸ਼ੀਨ ਤਿਆਰ ਕਰਤੀ ਹੈ। ਉਸ ਮਸ਼ੀਨ ਦੇ ਵਿੱਚ ਦੁੱਧ ਚੋ ਕੇ ਬੋਤਲ 'ਚ ਪਾ ਕੇ ਉਹਦੇ 'ਚੋਂ ਨਾ ਕੁਛ ਕੱਢਣਾ, ਨਾ ਕੁਛ ਪਾਉਣਾ, ਨਾ ਕਰੀਮ ਪਾਉਣੀ, ਨਾ ਕੱਢਣੀ ਹੈ। ਉਹ ਦੁੱਧ ਨੂੰ ਆਪਾਂ ਉਸ ਮਸ਼ੀਨ 'ਚ ਰੱਖ ਦੇਣਾ ਅਤੇ ਉਹਨੂੰ ਬਟਨ ਦੱਬ ਦੇਣਾ ਕਿ ਵੀ ਦੁੱਧ ਨੂੰ ਪੈਸਚਰਾਈਜ਼ ਕਰ ਦਿਓ। ਜਿਵੇਂ ਲੂਇਸ ਪਾਸਚਰ ਜਿਹੜਾ ਸਾਇੰਟਿਸਟ ਹੋਇਆ ਹੈ, ਉਸ ਨੇ ਇਹ ਜਿਹੜੀ ਕਾਢ ਕੱਢੀ ਸੀ 200 ਸਾਲ ਪਹਿਲਾਂ, ਉਹਨੇ ਇਹ ਦੇਖਿਆ ਸੀ ਵੀ ਜਿਹੜਾ ਦੁੱਧ ਹੈ ਅਗਰ ਅਸੀਂ ਉਸ ਨੂੰ 60 ਡਿਗਰੀ 'ਤੇ ਗਰਮ ਕਰੀਏ ਅੱਧੇ ਘੰਟੇ ਲਈ, ਜਾਂ ਅਸੀਂ ਉਸ ਨੂੰ 72 ਡਿਗਰੀ 'ਤੇ ਗਰਮ ਕਰੀਏ 15 ਸੈਕਿੰਡ ਲਈ, ਜਾਂ ਅਸੀਂ ਉਸ ਨੂੰ 80 ਡਿਗਰੀ 'ਤੇ ਗਰਮ ਕਰੀਏ 2-4 ਸੈਕਿੰਡ ਲਈ, ਤਾਂ ਉਹਦੇ ਅੰਦਰ ਜਿਹੜੇ ਪੈਥੋਜਨਸ ਨੇ, ਜਿਹੜੇ ਬਿਮਾਰੀ ਫੈਲਾਉਣ ਵਾਲੇ ਜਰਮਸ ਨੇ, ਉਹ ਮਰ ਜਾਣਗੇ। ਅਤੇ ਦੂਜਾ ਫਾਇਦਾ ਇਹ ਹੁੰਦਾ ਕਿ ਜਿਹੜੀ ਫੈਟ ਹੈ ਉਹਦੇ ਡਲੇ ਨਹੀਂ ਬਣਨਗੇ, ਉਹ ਐਗਲੋਮਰੇਟ ਨਹੀਂ ਹੋਏਗੀ, ਕਿਉਂਕਿ ਜਦੋਂ ਥਣਾ 'ਚੋਂ ਦੁੱਧ ਨਿਕਲਿਆ ਤਾਂ ਉਹਦਾ ਜਿਹੜੇ ਫੈਟ ਦੇ ਗਲੋਬਿਊਲਸ ਨੇ ਉਹਦਾ ਸਾਈਜ਼ 2 ਤੋਂ 4 ਮਾਈਕਰੋਨ ਬਹੁਤ ਬਰੀਕ ਹੈ। ਲੇਕਿਨ ਜਿਵੇਂ ਕਣਕ ਹੈ, ਕਣਕ ਦਾ ਅਗਰ ਆਪਾਂ ਆਟਾ ਬਣਾ ਦਿੰਦੇ ਇਸ ਤਰ੍ਹਾਂ ਇਸ ਫਾਰਮ ਦੇ ਵਿੱਚੋਂ ਦੁੱਧ ਨਿਕਲਿਆ, ਉਸ ਨੂੰ ਜਦੋਂ ਆਪਾਂ ਬੋਇਲ ਕਰਦੇ ਹਾਂ, ਬੋਇਲ ਕਰਨ ਦੇ ਨਾਲ ਜਿਹੜੇ ਉਹਦੇ ਡਲੇ ਬਣ ਜਾਂਦੇ ਫੈਟ ਦੇ, ਉਹ ਐਗਲੋਮਰੇਟ ਹੋ ਜਾਂਦੀ, ਫੈਟ ਐਗਲੋਮਰੇਟ ਹੋ ਜਾਂਦੀ ਹੈ ਅਤੇ ਜਿਹੜੀ ਪ੍ਰੋਟੀਨ ਹੈ ਉਹ ਡੀਨੇਚਰ ਹੋ ਜਾਂਦੀ ਹੈ। ਮੈਂ ਤਾਂ ਕਹਿੰਦਾ ਵੀ ਆ ਕਰੋਨਾ ਦਾ ਇਲਾਜ ਵੀ ਆਪਾਂ ਜੇ ਬੱਕਰੀ, ਮੱਝ ਅਤੇ ਗਾਂ ਦਾ ਦੁੱਧ ਨੂੰ ਮਿਕਸ ਕਰਕੇ ਨਾ ਆਰਗੈਨਿਕ ਮਿਲਕ ਨੂੰ ਜੇ ਉਹਦਾ ਦੁਸ਼ਾਦਾ ਬਣਾ ਕੇ ਪਿਲਾ ਦਈਏ ਤਾਂ ਮੇਰਾ ਖਿਆਲ ਆ ਵੀ ਆ ਟੀਕਾ ਲਾਉਣ ਦੀ ਵੀ ਲੋੜ ਨਹੀਂ ਰਹਿਣੀ। ਅਤੇ ਹੁਣ ਉਹਦੇ 'ਚ ਵੀ ਦੇਖੋ ਇੱਕ ਚੀਜ਼ ਮੈਂ ਹੋਰ ਤੁਹਾਡੇ ਕੋਲ ਸਵਾਲ ਪੁੱਛਦਾ ਵੀ ਤੁਸੀਂ ਮੈਨੂੰ ਵੀ ਮੇਰੀਆਂ ਵੀ ਅੱਖਾਂ 'ਚ ਅੰਝੂ ਆਉਂਦੇ ਨੇ ਵੀ ਅੱਜ ਜਿਹੜੇ ਸਾਡੇ ਬਜ਼ੁਰਗ ਨੇ ਜਿਨ੍ਹਾਂ ਦੀ ਮਿਹਰਬਾਨੀ ਨਾਲ ਆ ਮੇਰੇ ਫਾਦਰ ਨੇ ਆ ਪਲਾਟ 6000 ਰੁਪਏ 'ਚ 1958 ਲਿਆ ਸੀਗਾ, ਅਤੇ ਮੈਂ ਤਾਂ ਆਪਣਾ ਸਾਰੀ ਉਮਰ ਜਿੰਨੀ ਕਮਾਈ ਕੀਤੀ ਮੈਂ ਤਾਂ ਹੁਣ ਪਲਾਟ ਵੀ ਨਹੀਂ ਖਰੀਦ ਸਕਦਾ ਸੀ। ਤਾਂ ਅੱਜ ਸਾਡਾ ਰੋਮ ਰੇੜੀਆਂ ਆਪਣੇ ਬਜ਼ੁਰਗਾਂ ਦੇ ਪ੍ਰਤੀ, ਜਦੋਂ ਅਸੀਂ ਉਹ ਦੇਖਦੇ ਹਾਂ ਵੀ 6 ਮਹੀਨੇ ਤੋਂ ਉੱਥੇ ਸੜਕ 'ਤੇ ਬੈਠੇ ਨੇ ਅਤੇ ਇਸ ਤਰ੍ਹਾਂ ਦੀ ਹਾਲਤ ਹੁੰਦੀ ਹੈ, ਪਰ ਮੈਂ ਨੈਗੇਟਿਵਿਟੀ ਫੈਲਾਉਣ ਦੇ ਮੋਡ 'ਚ ਨਹੀਂ ਹੈਗਾ। ਮੈਂ ਕਿਸੇ ਦਾ ਕਸੂਰ ਨਹੀਂ ਕੱਢਦਾ, ਮੈਂ ਸਾਰੇ ਜਿਹੜੇ ਸਾਡੇ ਪੋਲੀਟੀਕਲ ਲੀਡਰਸ ਨੇ ਮੈਂ ਉਹਨਾਂ ਦੀ ਸਾਰਿਆਂ ਦੀ ਇੱਜ਼ਤ ਕਰਦਾ, ਮੈਂ ਕਿਸੇ ਪੋਲੀਟੀਕਲ ਸੈਗਮੈਂਟ ਨਾਲ ਅਟੈਚ ਨਹੀਂ ਹੈਗਾ। ਅਤੇ ਮੈਂ ਸਿਰਫ ਇੰਨੀ ਇਹ ਚਾਹੁੰਦਾ ਵੀ ਸਾਰੇ ਪੋਲੀਟੀਸ਼ੀਅਨਾਂ ਨੂੰ ਚਾਹੀਦਾ ਕਿ ਉਹ ਹਿਊਮਨ ਬੀਇੰਗ ਬਣ ਕੇ ਸੋਚਣ। ਉਹਦੇ 'ਚ ਜਿਹੜੇ ਕਾਨੂੰਨ ਨੇ ਮੈਂ ਸਾਬਤ ਕਰ ਦਿੰਦਾ ਵੀ ਇਹ ਕਾਨੂੰਨ ਜਿਹੜੇ ਕਿਸਾਨ ਨੇ ਉਹ ਕਹਿਣਗੇ ਵੀ ਸਾਨੂੰ ਇਹ ਕਾਨੂੰਨ ਰੱਦ ਕਰਾਉਣ ਦੀ ਕੋਈ ਲੋੜ ਨਹੀਂ। ਕਿਵੇਂ ਉਹ ਕਿਵੇਂ? ਹਾਂ, ਇਹ ਹੁਣ ਤੁਸੀਂ ਹੈਰਾਨ ਹੋ ਗਏ। ਹੁਣ ਮੈਂ ਕੋਈ ਹੈਰਾਨੀ ਗੱਲ ਤਾਂ ਮੈਂ ਹੈਰਾਨ ਕਰਨ ਲਈ ਤਾਂ ਇਹ ਸੈਂਟੈਂਸ ਨਹੀਂ ਬੋਲਿਆ। ਕਿਉਂਕਿ ਕਿਸਾਨ ਕਹਿੰਦੇ ਨੇ ਕਿ ਜੇਕਰ ਇਹ ਕਾਨੂੰਨ ਲਾਗੂ ਹੋ ਜਾਂਦੇ ਨੇ ਤਾਂ ਜਿਹੜੇ ਪ੍ਰਾਈਵੇਟ ਘਰਾਣੇ ਨੇ ਉਹ ਆ ਕੇ ਕਬਜ਼ਾ ਕਰ ਲੈਣਗੇ, ਉਹ ਹਾਵੀ ਹੋ ਜਾਣਗੇ। ਤਾਂ ਤੁਹਾਨੂੰ ਕਿਵੇਂ ਲੱਗਦਾ ਹੈ ਕਿ ਇਹ ਕਾਨੂੰਨ ਲਾਭਦਾਇਕ ਹੋ ਸਕਦੇ ਨੇ ਜੇਕਰ ਅਸੀਂ ਕੀਤਾ ਕੁਝ ਬਦਲ? ਮੈਂ ਇਹੀ ਤੁਹਾਨੂੰ ਕਿਹਾ ਕਿ ਨਹੀਂ, ਸਾਨੂੰ ਕੁਝ ਕਰਨ ਦੀ ਲੋੜ ਨਹੀਂ, ਸਾਨੂੰ ਹਾਈ ਟੈਕ ਹੋਣਾ ਪੈਂਦਾ। ਸਾਨੂੰ ਆਪਣੀ ਜਿਹੜੀ ਟੈਕਨੋਲੋਜੀ ਹੈ, ਸਾਨੂੰ ਅੱਜ ਸਿਰਫ ਗਿਆਨ ਚਾਹੀਦਾ ਹੈ।
ਜੇ ਇੱਕ ਕਮਰੇ 'ਚ ਪੂਰਾ ਹਨੇਰਾ ਹੋਵੇ ਔਰ ਉਹਦੇ ਤੁਸੀਂ ਇੱਕ ਮੋਮਬੱਤੀ ਜਗਾ ਦਿਓ ਤਾਂ ਸਾਰਾ ਕੁਝ ਨਜ਼ਰ ਆਉਣ ਲੱਗ ਜਾਂਦਾ। ਤੇ ਅੱਜ ਜਿਹੜੇ ਹੁਣ ਮੈਂ ਕੱਲ ਪਰਸੋਂ ਔਲਖ ਜੀ ਦਾ ਸੁਣ ਰਿਹਾ, ਜਿਹੜੇ ਆਪਣੇ ਐਗਰੀਕਲਚਰ ਯੂਨੀਵਰਸਿਟੀ ਦੇ ਰਹੇ ਨੇ ਆਪਣੇ ਇੱਥੋਂ ਲੁਧਿਆਣਾ ਐਗਰੀਕਲਚਰ, ਉਹਨਾਂ ਦਾ ਕੱਲ ਮੈਂ ਸਾਰਾ ਪ੍ਰੋਗਰਾਮ ਸੁਣਿਆ ਤੇ ਮੇਰੀਆਂ ਅੱਖਾਂ ਖੁੱਲ੍ਹ ਗਈਆਂ ਵੀ ਜਿਵੇਂ ਕਣਕ ਦੀ ਉਹ ਬੀਜ ਆਇਆ ਸੀ ਤੇ ਪੰਜਾਬ ਨੇ ਹਿੰਮਤ ਕਰਕੇ ਟਰੱਕਾਂ 'ਚ ਲਿਆ ਕੇ ਟਾਈਮ ਸਿਰ ਬੀਜ ਲਿਆ ਤੇ 5 ਸਾਲਾਂ 'ਚ ਦੁੱਗਣੀ ਕਣਕ ਕਰਤੀ। ਤੇ ਬਾਕੀ ਸਟੇਟਾਂ ਨੇ ਕਿਹਾ ਅਸੀਂ ਨਹੀਂ ਲੈਣਾ, ਤੇ ਜਿਨ੍ਹਾਂ ਨੇ ਕਿਹਾ ਵੀ ਸਾਨੂੰ ਟ੍ਰੇਨ ਨਾਲ ਭੇਜ ਦਿਓ, ਸੀਜ਼ਨ ਲੰਘ ਗਿਆ। ਤੇ ਇਹ ਗੱਲਾਂ ਜਿਹੜੀਆਂ ਨੇ ਇਹ ਹੈ ਕਿ ਸਾਡੇ ਪੰਜਾਬ ਦੇ ਕਿਸਾਨ ਜਿਹੜੇ ਨੇ ਉਹ ਉਦਮੀ ਨੇ। ਉਹਨਾਂ ਨੂੰ ਤੁਸੀਂ ਇੱਕ ਗੱਲ ਦੱਸੋ ਤੇ ਫਿਰ ਦੱਸਣ ਤੋਂ ਬਾਅਦ ਉਹ ਤੁਹਾਨੂੰ ਫਿਰ ਦੁਬਾਰਾ ਪੁੱਛਣਗੇ ਨਹੀਂ, ਉਹ ਤੁਹਾਨੂੰ ਤੁਹਾਡੇ ਤੋਂ ਵਧੀਆ ਕਰਕੇ ਦਿਖਾ ਦੇਣਗੇ। ਤੇ ਮੈਂ ਦੁੱਧ ਦੇ ਬਾਰੇ 'ਚ ਇਹੀ ਗੱਲ ਕਹਿਣਾ ਵੀ ਅੱਜ ਅਗਰ ਇਹ ਕਾਨੂੰਨ ਲਾਏ ਤਾਂ ਉਹਨਾਂ ਨੇ ਚਾਹੇ ਕਿਸੇ ਨੂੰ ਫੇਵਰ ਕਰਨ ਲਈ ਲਾਏ, ਚਾਹੇ ਆਪਾਂ ਉਹਨੂੰ ਕੁਛ ਕਹਿ ਲਈਏ। ਮੈਂ ਇਸ ਗੱਲ ਤੋਂ ਮੈਨੂੰ ਕੋਈ ਸੰਕੋਚ ਨਹੀਂ ਵੀ ਜਿਹੜੇ ਕਾਰਪੋਰੇਟਸ ਨੇ ਜਾਂ ਪੈਸੇ ਵਾਲੇ ਬੰਦੇ ਨੇ ਉਹਨਾਂ ਦੇ ਨਾਲ ਗਰੀਬ ਆਦਮੀ ਮੁਕਾਬਲਾ ਨਹੀਂ ਕਰ ਸਕੇ ਜੀ। ਲੇਕਿਨ ਅਗਰ ਅਸੀਂ ਉਦਮ ਦੇ ਨਾਲ ਟੈਕਨੀਕ ਦੇ ਨਾਲ ਟੈਕਨੀਕ ਦੀ ਮਦਦ ਨਾਲ ਅਗਰ ਅਸੀਂ ਕਰੀਏ ਤਾਂ ਉਹ ਜਿਹੜੇ ਕਾਰਪੋਰੇਟਸ ਨੇ ਜਾਂ ਪੈਸੇ ਵਾਲੇ ਬੰਦੇ ਨੇ ਉਹ ਸਾਡੇ ਕਿਸਾਨ ਦਾ ਮੁਕਾਬਲਾ ਅਗਲੇ 7 ਜਨਮ ਨਹੀਂ ਕਰ ਸਕਦੇ। ਤੇ ਉਹਦੇ ਬਾਰੇ ਮੈਂ ਹੁਣ ਤੁਹਾਨੂੰ ਦਿਖਾਇਆ ਹੀ ਹੈ ਵੀ ਅੱਜ ਮੈਂ ਇਸ ਘਰ ਦੇ ਵਿੱਚ ਉੱਪਰ ਸੋਲਰ ਸਿਸਟਮ ਲਾਇਆ ਹੈ ਤੇ ਮੈਂ ਦੁੱਧ ਨੂੰ ਬਿਨਾਂ ਕਿਸੇ ਖਰਚੇ ਦੇ, ਬਿਨਾਂ ਕਿਸੇ ਮਿਲਕ ਪਲਾਂਟ ਦੇ ਮੈਂ ਉਸ ਦੁੱਧ ਨੂੰ ਪੈਸਚਰਾਈਜ਼ ਕਰ ਦਿੰਦਾ। ਇੱਥੇ ਤੁਹਾਨੂੰ ਮੈਂ ਬੋਤਲ ਦਿਖਾਈ ਹੈ ਵੀ ਬੋਤਲ ਦੇ ਵਿੱਚ ਮੈਂ ਉਹਨੂੰ ਵੈਕਿਊਮ ਪੈਕ ਕੀਤਾ ਤੇ 15 ਦਿਨ ਉਹ ਦੁੱਧ ਖਰਾਬ ਨਹੀਂ ਹੋਣਾ। ਅੱਜ ਉਹ ਸਵੇਰੇ ਬੰਦ ਸਿੰਘ ਨਾਂ ਦਾ ਫਾਰਮਰ ਜਿਹੜਾ ਇੱਥੋਂ 15 ਕਿਲੋਮੀਟਰ 'ਤੇ, ਤੁਸੀਂ ਉਹਦੀ ਵੀ ਇੰਟਰਵਿਊ ਕਰ ਲਓ ਜਾ ਕੇ, ਉਹ ਤੁਹਾਨੂੰ ਦੱਸ ਦੇਗਾ ਵੀ ਉਹਦੀ ਇੱਕ ਮੱਝ 5000 ਰੁਪਏ ਕਮਾ ਕੇ ਦੇ ਰਹੀ ਹੈ। ਜੇ ਉਹ ਦੁੱਧ ਚੰਡੀਗੜ੍ਹ 'ਚ ਵੇਚਣ ਆਉਂਦਾ ਤਾਂ 40-45 ਰੁਪਏ 'ਚ ਉਹ ਦੁੱਧ ਵੇਚਦਾ। ਉਹਨੂੰ ਲੋਕੀ ਬੇਈਮਾਨ ਕਹਿੰਦੇ ਆ ਕਿ ਤੂੰ ਪਾਣੀ ਪਾਉਣਾ, ਤੂੰ ਮਿਲਾਵਟੀ ਦੁੱਧ ਵੇਚਦਾ। ਲੇਕਿਨ ਸਾਨੂੰ ਸਮਝ ਨਹੀਂ ਹੈ ਵੀ ਤੇਰੇ ਦੁੱਧ 'ਚ ਅਸੀਂ ਪਾਣੀ ਜਾਂ ਮਿਲਾਵਟ ਫੜ ਲਈਏ ਤੇ ਤੂੰ ਤੁਹਾਨੂੰ 40-50 'ਚ ਦੇ ਦੇ। ਮੈਂ ਉਹਨੂੰ 65 ਰੁਪਏ ਦਿੰਦਾ ਤੇ ਜਦੋਂ ਮੈਂ ਉਹਨੂੰ 65 ਰੁਪਏ ਦਿੰਦਾ ਤਾਂ ਉਹ ਪਹਿਲੇ ਦਿਨ ਜਦੋਂ ਮੈਂ ਕਿਹਾ ਵੀ ਮੈਂ ਤੈਨੂੰ ਜੋ ਤੇਰਾ ਰੇਟ ਆ 15 ਰੁਪਏ ਉੱਪਰ ਦੇਣੇ ਆ ਤੇ ਉਹ ਖੁਸ਼ ਹੋ ਗਿਆ। ਤੇ ਮੈਂ ਉਹਨੂੰ ਕਿਹਾ ਵੀ ਮੈਂ ਬੇਵਕੂਫ ਨਹੀਂ ਵੀ ਮੈਂ ਤੈਨੂੰ 15 ਰੁਪਏ ਦੇ, ਮੈਨੂੰ ਪਤਾ ਵੀ ਤੂੰ ਇਹਦੇ 'ਚ 20-30 ਕਿਲੋ ਪਾਣੀ ਪਾਉਣਾ ਤਾਂ ਤੇਰਾ ਗੁਜ਼ਰ ਬਸਰ ਹੋਣਾ, ਕਿਉਂਕਿ ਲੱਖ ਰੁਪਏ ਤੋਂ ਘੱਟ ਦੀ ਮੱਝ ਨਹੀਂ ਆਉਂਦੀ ਜੀ। 6 ਕਰੋੜ ਦਾ ਝੋਟਾ ਆ ਰਿਹਾ ਤੇ 40-50 ਰੁਪਏ ਦੁੱਧ ਕਿਵੇਂ ਦੇ ਦੂਗਾ? ਉਹ ਜਿਹੜਾ ਦੁੱਧ ਲੈ ਰਿਹਾ ਉਹ ਵੀ ਗਲਤ ਕਰ ਰਿਹਾ, ਜਿਹੜਾ ਦੇ ਰਿਹਾ ਉਹ ਪਾਪੀ ਬਣ ਰਿਹਾ। ਲੇਕਿਨ ਉਹਦੀ ਮਜਬੂਰੀ ਹੈ। ਤੁਸੀਂ ਇਹ ਲੈ ਲਓ ਵੀ ਜਿਹੜਾ ਕਿਸਾਨ ਆ ਜਾਂ ਦੋਜੀ ਹੈ ਜਿਹੜਾ ਆਪਣਾ ਦੁੱਧ ਨਹੀਂ ਉਹ ਡੱਬੇ 'ਚ ਪਾ ਕੇ ਕਿਸੇ ਲੋਕਾਂ ਤੋਂ ਇਕੱਠਾ ਕਰਕੇ ਲਿਆਉਂਦਾ, ਉਹ ਕੀ ਕਰਦਾ ਵੀ ਉਹ ਕਹਿੰਦਾ ਵੀ ਮੈਂ ਚਾਂਦੀ ਸੋਨੇ ਦੇ ਭਾਅ ਵੇਚੂਗਾ। ਤੇ ਜਿਹੜਾ ਪੜ੍ਹਿਆ ਲਿਖਿਆ ਐਲੀਟ ਪਾਪੂਲੇਸ਼ਨ ਹੈ ਚੰਡੀਗੜ੍ਹ ਦੀ, ਉਹ ਕਹਿੰਦੇ ਵੀ ਅਸੀਂ ਤੇਰੇ ਕੋਲੋਂ ਸੋਨਾ ਚਾਂਦੀ ਦੇ ਭਾਅ ਖਰੀਦਾਂਗੇ। ਤੇ ਉਹ ਜਿਹੜੀ ਟੱਗ ਹਵਾਰ ਆ ਉਹਦੇ 'ਚ ਜਿਹੜਾ ਅੰਮ੍ਰਿਤ ਆ ਉਹ ਜ਼ਹਿਰ ਬਣ ਜਾਂਦਾ। ਤੇ ਉਹਦੇ ਨਾਲ ਚੰਡੀਗੜ੍ਹ ਕੈਂਸਰ ਪ੍ਰੋਨ ਸਿਟੀ ਡਿਕਲੇਅਰ ਹੋ ਗਿਆ। PGI ਨੇ ਵੀ ਰਿਪੋਰਟ ਕੱਢਤੀ। ਮੈਂ ਕ੍ਰਿਸ਼ੀ ਭਵਨ 'ਚ ਪ੍ਰੈਜੈਂਟੇਸ਼ਨ ਦੇਣ ਗਿਆ, ਉੱਥੇ ਮੈਂ ਗੱਲ ਕਹਿਤੀ ਵੀ ਚੰਡੀਗੜ੍ਹ ਜਿਹੜਾ ਉਹ ਕੈਂਸਰ ਪ੍ਰੋਨ ਸਿਟੀ ਡਿਕਲੇਅਰ ਹੋ ਗਿਆ। ਤਾਂ ਉੱਥੇ ਜਿਹੜੇ ਉਹਨਾਂ ਦੀ ਟੀਮ ਬੈਠੀ ਸੀ, ਡਿਪਟੀ ਕਮਿਸ਼ਨਰ, ਡਾਇਰੈਕਟਰ ਵਗੈਰਾ ਸਾਰੇ ਬੈਠੇ ਸੀ। ਤਾਂ ਉੱਥੋਂ NDDB ਦਾ ਜਿਹੜਾ ਬੰਦਾ ਸੀ ਉਹ ਬੋਲ ਪਿਆ। ਉਹ ਕਹਿੰਦਾ ਵੀ ਤੂੰ ਇਹ ਸਟੇਟਮੈਂਟ ਕਿੱਦਾਂ ਦੇਤੀ? ਮੈਂ ਕਿਹਾ ਮੈਂ ਇਹ ਸਟੇਟਮੈਂਟ ਜਿਹੜੀ ਦੇ ਰਿਹਾ ਮੈਂ ਤਾਂ PGI ਦੀ ਰਿਪੋਰਟ ਪੜ੍ਹ ਕੇ ਦੇ ਰਿਹਾ। ਕਹਿੰਦਾ ਅਸੀਂ ਨਹੀਂ ਮੰਨਦੇ, PGI ਦੀ ਨਹੀਂ ਮੰਨਦਾ। ਮੈਂ ਹੋਰ ਕਾਹਦੀ? ਕਹਿੰਦੇ ਅਸੀਂ ਇੰਟਰਨੈਸ਼ਨਲ ਰਿਪੋਰਟ ਮੰਨਾਂਗੇ। ਹੁਣ ਮੰਨ ਲਓ ਇੰਟਰਨੈਸ਼ਨਲ ਰਿਪੋਰਟ ਮੰਨਣੀ ਹੈ ਤਾਂ IMF ਦੀ ਮੰਨ ਲਓ, WTO ਦੀ ਮੰਨ ਲਓ, ਤੇ ਫਿਰ ਤੁਸੀਂ ਸਾਰੀ ਆਪਣੀ ਜਿਹੜੀ ਕਿਸਾਨੀ ਆਪਣੀ ਸਾਰੀ ਖਤਮ ਕਰ ਲਓ। ਫਿਰ ਤੁਸੀਂ ਮੁੜ ਕੇ ਫਿਰ ਕਣਕ ਬਾਹਰੋਂ ਖਰੀਦਣ ਲੱਗ ਜਾਓ। ਆਪਾਂ ਜ਼ਿਕਰ ਇਹ ਕਰ ਰਹੇ ਸੀ ਨਾ ਕਿ ਤੁਸੀਂ ਕਿਹਾ ਕਿ ਇਹ ਖੇਤੀ ਕਾਨੂੰਨ ਲਾਹੇਵੰਦ ਸਾਬਤ ਹੋ ਸਕਦੇ ਹੈਗੇ, ਤਾਂ ਉਹ ਕਿਵੇਂ ਕਿਸਾਨ ਇਸ ਦੇ ਵਿੱਚੋਂ ਲਾਹਾ ਜਿਹੜਾ ਹੈਗਾ ਲੈ ਸਕਦੇ ਨੇ? ਕਿਵੇਂ ਖੇਤੀ ਦੇ ਵਿੱਚ ਡਾਇਵਰਸਿਫਿਕੇਸ਼ਨ ਲਿਆ ਕੇ ਜਿਹੜਾ ਡੇਅਰੀ ਫਾਰਮਿੰਗ ਹੈਗਾ ਉਸ ਤੋਂ ਮੁਨਾਫਾ ਜਿਹੜਾ ਹੈਗਾ ਕਮਾ ਸਕਦੇ? ਇਹ ਗਗਨਦੀਪ ਜੀ ਤੁਸੀਂ ਜਿਹੜਾ ਸਵਾਲ ਪੁੱਛਿਆ ਇਹ ਬਹੁਤ ਹੀ ਅਪਰੋਪਰੀਏਟ ਸਵਾਲ। ਔਰ ਮੈਂ ਜਦੋਂ ਇਹਦਾ ਜਵਾਬ ਤੁਹਾਨੂੰ ਦਊਂਗਾ ਤੁਸੀਂ ਮੇਰੇ ਨਾਲ ਸਹਿਮਤ ਹੋ ਜਾਓਗੇ ਕਿ ਜਿਹੜੇ ਸੱਜਣ ਮੇਰੇ ਕੋਲ ਬੈਠੇ ਨੇ ਤੁਹਾਡੇ ਆਉਣ ਤੋਂ ਪਹਿਲਾਂ, ਮੈਂ ਤਾਂ ਅੱਜ ਤੁਹਾਡਾ ਮੈਨੂੰ ਪਤਾ ਨਹੀਂ ਸੀ, ਮੈਂ ਤੁਹਾਨੂੰ ਬੁਲਾਇਆ ਨਹੀਂ, ਮੈਨੂੰ ਤੁਸੀਂ ਮੇਰੇ ਕੋਲ ਆ ਗਏ, ਪਤਾ ਨਹੀਂ ਕਿਵੇਂ ਆ ਗਿਆ ਨਾ। ਉਹ ਬੈਠੇ ਨੇ, ਇਹਨਾਂ ਦੇ ਨਾਲ ਮੈਂ ਸਾਬਤ ਕਰ ਰਿਹਾ ਵੀ ਤੁਸੀਂ ਆਪਣਾ ਦੁੱਧ ਜਿਹੜਾ ਬਿਨਾਂ ਵਿਚੋਲੇ ਦੇ ਕੰਜ਼ਿਊਮਰ ਤੱਕ ਵੇਚੋ। ਠੀਕ ਹੈ, ਤੁਸੀਂ ਦੁੱਧ ਪੈਦਾ ਕਰੋ, ਉਸ ਨੂੰ ਬੋਤਲ 'ਚ ਪਾਓ। ਇਹ ਬੋਤਲਾਂ ਲੈ ਕੇ ਵੀ ਆਏ ਨੇ, ਜਰਾ ਫਰਿੱਜੋਂ ਬੋਤਲ ਕੱਢ ਕੇ ਲਿਆਓ ਜਿਹੜੀ ਆਪਣੀ ਗੱਡੀ 'ਚੋਂ, ਜਿਹੜੀ ਤੁਸੀਂ ਬੋਤਲ ਲੈ ਕੇ ਆਏ ਹੋ, ਇਹ ਲੈ ਕੇ ਆਏ ਨੇ। ਗਾਂ ਦਾ ਦੁੱਧ ਲੈ ਕੇ ਆਏ ਨੇ, ਮੱਝ ਦਾ ਲੈ ਕੇ ਆਏ। ਹੁਣ ਅਸੀਂ ਅੰਬਾੜੇ ਜਾ ਕੇ ਉਸ ਮਸ਼ੀਨ 'ਚ ਇਹਨਾਂ ਨੂੰ ਮੈਂ ਪੈਸਚਰਾਈਜ਼ ਕਰਕੇ ਦੇ ਦੇਣਾ।
ਫਿਰ ਇਹਨਾਂ ਨੇ ਕਹਿਣਾ ਵੀ ਤੁਸੀਂ ਮਸ਼ੀਨ ਵੀ ਲੈ ਜਾਓ ਸਾਡੀ, ਉੱਥੇ ਤੁਸੀਂ ਇਸ ਦੁੱਧ ਨੂੰ ਉਸ ਮਸ਼ੀਨ ਦੇ ਵਿੱਚ ਪੈਸਚਰਾਈਜ਼ ਕਰ ਲਓ ਤੇ ਵੇਚਣ ਲਈ ਜਿਹੜਾ ਹੈ ਉਹ ਤੁਸੀਂ ਇਹ ਨਹੀਂ ਵੀ C&F ਡਿਸਟਰੀਬਿਊਟਰ ਡੀਲਰ ਰਿਟੇਲਰ ਉਸ ਨੈਟਵਰਕ ਦੇ ਥਰੂ ਵੇਚਣਾ। ਇਹਨਾਂ ਨੇ ਮੈਨੂੰ ਦੱਸਿਆ ਵੀ ਉੱਥੇ ਹੁੱਡਾ ਨੇ ਇੱਕ ਕਲੋਨੀ ਬਣਾਈ ਹੈ ਜਿੱਥੇ ਬਹੁਤ ਸਾਰੇ ਬੰਦਿਆਂ ਦੇ ਘਰ ਰਹਿੰਦੇ ਆ ਉੱਥੇ। ਮੈਂ ਕਿਹਾ ਤੁਸੀਂ ਉੱਥੇ ਉਹਨਾਂ ਨਾਲ ਗੱਲ ਕਰੋ ਵੀ ਤੁਸੀਂ ਇੱਕ ਕੰਜ਼ਿਊਮਰ ਕਲੱਬ ਬਣਾ ਲਓ। ਉਹ ਜਿਹੜੇ ਕੰਜ਼ਿਊਮਰ ਨੇ ਜਿਹੜੇ ਸਾਰੇ ਬੰਦੇ ਦੁੱਧ ਲੈਂਦੇ, ਕੋਈ ਤਾਂ ਲੀਟਰ 1 ਲੀਟਰ 2 ਲੀਟਰ ਵੀ, ਉਹ 100 ਬੰਦੇ ਮਿਲ ਕੇ ਕਲੱਬ ਬਣਾ ਲੈਣ, ਆਪਣਾ ਇੱਕ ਕੋਆਰਡੀਨੇਟਰ ਬਣਾ ਲੈਣ। ਮੈਂ ਇੱਕ ਤਾਂ ਮੈਂ ਇੰਟਰਨੈਸ਼ਨਲ ਮਿਸ਼ਨ ਦਾ ਮਿਸ਼ਨ ਡਾਇਰੈਕਟਰ ਹਾਂ। ਇੱਕ ਅਸੀਂ ਨਵੀਂ ਸੰਸਥਾ ਬਣਾਈ ਹੈ ਰੇਨਬੋ ਇੰਟਰਨੈਸ਼ਨਲ ਕਮਿਊਨਿਟੀ ਸਰਵਿਸਿਜ਼। ਉਹਦੇ 'ਚ ਅਸੀਂ ਕਹਿੰਦੇ ਹਾਂ ਵੀ ਜੇ ਡਾਕਟਰ ਕੁਰੀਅਨ ਨੇ ਮਿਲਕ ਕੋਆਪਰੇਟਿਵ ਬਣਾਏ ਪਿੰਡਾਂ 'ਚ ਮਿਲਕ ਪ੍ਰੋਡਿਊਸਰ ਲਈ, ਤਾਂ ਕੰਜ਼ਿਊਮਰ ਲਈ ਵੀ ਇਨਫਾਰਮਲ ਕੋਆਪਰੇਟਿਵ ਬਣਾਏ ਜਾ ਸਕਦੇ ਆ। ਉਹ ਇਨਫਾਰਮਲ ਕੋਆਪਰੇਟਿਵ ਇੱਕ ਕੰਜ਼ਿਊਮਰ ਕਲੱਬ ਕਹਿ ਲਓ ਉਹਨੂੰ, ਉੱਥੇ ਕਿਸੇ ਦੀ ਫੀਸ ਨਾ ਹੋਵੇ, ਉਹ ਸਾਰੇ ਇਕੱਠੇ ਹੋ ਕੇ ਆਪਣੀ ਡਿਮਾਂਡ ਰੱਖ ਲੈਣ ਵੀ ਸਾਨੂੰ 100 ਲੀਟਰ 500 ਲੀਟਰ ਦੁੱਧ ਚਾਹੀਦਾ। ਇਹਨਾਂ ਕੋਲੇ 300-400 ਲੀਟਰ ਦੁੱਧ ਹੈਗਾ, ਉਹ 300 ਲੀਟਰ ਵਾਲੇ ਗਾਹਕ ਆਪਣੀ ਕਲੱਬ ਬਣਾ ਲੈਣ, ਇਹ ਉਹਨਾਂ ਨੂੰ ਪੈਸਚਰਾਈਜ਼ ਕਰਕੇ ਦੁੱਧ ਸਿੱਧਾ ਉਹਨਾਂ ਦੇ ਕੋਆਰਡੀਨੇਟਰ ਨੂੰ ਦੇ ਦੇਣ, ਉਹ ਆਪਸ 'ਚ ਵੰਡ ਲੈਣ। ਹੁਣ ਉਹਦੇ 'ਚ ਜਿਹੜਾ ਲਾਸ ਹੋ ਰਿਹਾ ਅੱਜ, ਜਿਹੜਾ ਡੇਅਰੀ ਫਾਰਮਰ ਆ ਜਿਨ੍ਹਾਂ ਨੇ ਕਰੋੜਾਂ ਰੁਪਏ ਲੋਨ ਲੈ ਕੇ ਕਮਰਸ਼ੀਅਲ ਡੇਅਰੀ ਫਾਰਮ ਬਣਾਏ ਨੇ, ਮੈਂ ਉਹਨਾਂ ਨਾਲ ਫੋਨ ਤੇ ਗੱਲ ਕਰਦਾ। ਇੱਕ ਹਰਪ੍ਰੀਤ ਸਿੰਘ ਸੀਗੇ ਕੋਈ ਸੰਗਰੂਰ ਦੇ, ਉਹਨਾਂ ਨੂੰ ਮੈਂ ਫੋਨ ਕੀਤਾ। ਮੈਂ ਕਿਹਾ ਮੈਂ ਡਾਇਰੈਕਟਰ ਡੇਅਰੀ ਡਿਵੈਲਪਮੈਂਟ ਨੇ ਮੈਨੂੰ ਦੱਸਿਆ ਤੁਹਾਡੇ ਕੋਲ 100 ਜਾਨਵਰ ਨੇ, 100 ਮੱਝਾਂ ਨੇ। ਤੇ ਉਹਨਾਂ ਨੇ ਮੈਨੂੰ ਜਿਹੜਾ ਜਵਾਬ ਦਿੱਤਾ ਮੈਨੂੰ ਬਹੁਤ ਅਫਸੋਸ ਹੋਇਆ। ਉਹ ਕਹਿੰਦੇ ਵੀ ਮੈਂ ਲੋਨ ਲੈ ਕੇ ਫਾਰਮ ਬਣਾਇਆ ਸੀ 5-7 ਸਾਲ ਪਹਿਲਾਂ, ਤੇ ਮੈਨੂੰ ਉਹਦੇ 'ਚੋਂ ਮੈਂ ਲੋਨ ਵੀ ਨਹੀਂ ਮੋੜ ਸਕਿਆ, ਤਾਂ ਮੈਨੂੰ ਘਾਟਾ ਪੈ ਗਿਆ ਕਿਉਂਕਿ ਗਾਂ ਦਾ ਦੁੱਧ ਜਿਹੜਾ ਮਿਲਕ ਫੈਡ 20-22-25 ਰੁਪਏ ਖਰੀਦਦੀ ਹੈ, ਮੱਝ ਦਾ 40 ਰੁਪਏ ਖਰੀਦਦੀ ਹੈ, ਜਦੋਂ ਕਿ ਟਾਟਾ ਦਾ ਹਿਮਾਲਿਆ ਦਾ ਪਾਣੀ ਜਿਹੜਾ 5 ਸਟਾਰ ਹੋਟਲ 'ਚ 80 ਰੁਪਏ 'ਚ ਜੀ। ਤੇ ਜੇ ਹੁਣ ਪਾਣੀ ਜਿਹੜਾ 600 ਲੀਟਰ ਪਾਣੀ ਲੱਗਦਾ 1 ਲੀਟਰ ਦੁੱਧ ਪੈਦਾ ਕਰਨ, ਜੇ ਅਸੀਂ 20 ਰੁਪਏ 'ਚ ਗਾਂ ਦਾ ਦੁੱਧ ਤੇ ਮੱਝ ਦਾ ਦੁੱਧ ਅਸੀਂ ਖਰੀਦੀਏ 40-50 ਰੁਪਏ 'ਚ, ਤੇ ਉਹ ਫਿਰ ਜੇ ਮਿਲਾਵਟ ਕਰੂ ਤਾਂ ਫਿਰ ਕੀ ਕਰੂਗਾ। ਤਾਂ ਹੀ ਹੁਣ ਅਸੀਂ ਕਹਿੰਦੇ ਵੀ ਇੰਡੀਆ ਨੰਬਰ 1 ਮਿਲਕ ਪ੍ਰੋਡਿਊਸਿੰਗ ਕੰਟਰੀ ਵਰਲਡ 'ਚ, WF ਉਹਨੇ ਕਿਹਾ ਵੀ ਜਿੰਨਾ ਦੁੱਧ ਇੰਡੀਆ ਪੈਦਾ ਕਰਦਾ 4 ਗੁਣਾ ਵੇਚ ਰਿਹਾ, ਤੇ ਹੁਣ ਅਸੀਂ ਉਹਨੂੰ ਝੂਠਾ ਵੀ ਨਹੀਂ ਕਹਿ ਸਕਦੇ। ਮੇਰਾ ਸਵਾਲ ਇਹੀ ਸੀਗਾ ਕਿ ਜੇਕਰ ਅਸੀਂ ਕੰਜ਼ੰਪਸ਼ਨ ਦੀ ਗੱਲ ਕਰਦੇ ਹੈਗੇ ਆ ਤਾਂ ਇੰਡੀਆ ਦੀ ਜਿੰਨੀ ਕੰਜ਼ੰਪਸ਼ਨ ਹੈਗੀ ਹੈ, ਕਿ ਲੱਗਦਾ ਉਨੀ ਪੈਦਾਵਾਰ ਹੋ ਰਹੀ ਹੈਗੀ ਹੈ, ਤੇ ਜੇਕਰ ਨਹੀਂ ਹੋ ਰਹੀ ਤੇ ਫਿਰ ਉਹ ਬਾਕੀ ਦਾ ਦੁੱਧ ਕਿੱਥੋਂ ਦੀ ਆ ਰਿਹਾ ਹੈਗਾ? ਮੈਂ ਤਾਂ ਦੇਖੋ ਕਿਉਂਕਿ ਮੈਂ NRI ਹਾਂ, ਕੈਨੇਡਾ ਰਹਿਣਾ, ਤੇ ਮੈਂ ਵੈਸੇ ਮੇਰਾ ਵਿਊ ਜਿਹੜਾ ਕੋਈ ਨੈਗੇਟਿਵ ਨਹੀਂ ਹੈਗਾ। ਮੈਂ ਤਾਂ ਵੀਡੀਓ ਜਿਹੜੀਆਂ YouTube ਤੇ ਦੇਖੀਆਂ ਨੇ, NDTV ਦੀ ਦੇਖੀ ਹੈ ਵੀ ਉਹਦੇ 'ਚ ਉਹ ਦੱਸਦੇ ਨੇ ਵੀ UP ਦਾ ਉਹਨਾਂ ਨੇ ਦਿਖਾਇਆ ਸੀ ਵੀ ਉੱਥੇ ਬੰਦੇ 10 ਕਿਲੋ ਦੁੱਧ ਨੂੰ 10 ਮਿੰਟਾਂ 'ਚ 100 ਕਿਲੋ ਦੁੱਧ ਬਣਾ ਰਹੇ ਨੇ ਜੀ। ਤੇ ਉਹ ਕਹਿੰਦੇ ਵੀ ਇਹ ਦੁੱਧ ਦੀ ਗ੍ਰੈਵਿਟੀ ਵੀ ਪੂਰੀ ਆਉਂਦੀ ਹੈ, ਇਹਦੇ 'ਚ ਜਿਹੜਾ ਦਹੀਂ ਵੀ ਚੱਕਾ ਦਹੀਂ ਬਣਦਾ। ਤੇ ਆ ਇੱਕ ਬੋਤਲ ਮੈਂ ਤੁਹਾਨੂੰ ਦਿਖਾਉਣਾ ਵੀ ਲੈ ਕੇ ਆਏ ਨੇ ਮਲਕੀਤ ਸਿੰਘ ਜੀ। 5 ਵਜੇ ਇਹਨਾਂ ਨੇ ਮੱਝ ਚੋਈ ਗਾਂ ਚੋਈ, ਉਹਨਾਂ ਦੀਆਂ ਇਹ ਬੋਤਲਾਂ ਭਰ ਲਿਆ। ਠੀਕ ਹੈ। ਮੈਂ ਉਸ ਮਸ਼ੀਨ 'ਚ ਬੋਤਲ ਰੱਖ ਕੇ ਉਹਦਾ ਬਟਨ ਦੱਬ ਦੇਣਾ, ਜਦੋਂ ਦੁੱਧ ਪੈਸਚਰਾਈਜ਼ ਹੋ ਗਿਆ ਉਹਨੇ ਸਿਗਨਲ ਦੇ ਦੇਣਾ ਵੀ ਕੱਢ ਲਓ। ਉਹ ਦੁੱਧ ਫਿਰ ਮੈਂ ਆਖਿਆ ਵੀ ਤੁਸੀਂ ਆਪਣੇ ਘਰੇ ਰੱਖੋ ਤੇ 15 ਦਿਨ ਚੈੱਕ ਕਰ ਲਓ, ਪਹਿਲਾਂ ਆਪਣੀ ਤਸੱਲੀ ਕਰ ਲਓ, ਤੇ ਫਿਰ ਤੁਸੀਂ NDRI ਕਰਨਾਲ ਤੋਂ ਟੈਸਟ ਕਰਾ ਲਓ। ਮੈਂ ਨਹੀਂ ਕਹਿੰਦਾ ਵੀ ਕਿਸੇ ਹੋਰ ਤੋਂ, ਇਸ ਤੋਂ ਵੱਡੀ ਲੈਬੋਰਟਰੀ ਤਾਂ ਕੋਈ ਨਹੀਂ। ਮੇਰੇ ਕੋਲ ਆਲਰੇਡੀ ਉਹਨਾਂ ਦੇ ਸਰਟੀਫਿਕੇਟ ਪਏ ਨੇ ਵੀ ਮੈਂ ਉਹਨਾਂ ਨੂੰ ਸੈਂਪਲ ਦਿੱਤਾ ਸੀ, ਜਿਹੜੀ ਬੋਤਲ ਤੁਹਾਨੂੰ ਦਿਖਾਈ ਜਿਹਦਾ ਦੁੱਧ ਤੁਹਾਨੂੰ ਮੈਂ ਟੇਸਟ ਕਰਾਇਆ। ਉਹਨਾਂ ਦੇ 5 ਸਾਇੰਟਿਸਟਾਂ ਨੇ 21 ਦਿਨ ਦੁੱਧ ਫਰਿੱਜ 'ਚ ਰੱਖ ਕੇ ਉਹਦੀ ਰਿਪੋਰਟ ਦਿੱਤੀ ਵੀ ਇਹਦੇ 100 ਚੋਂ 85 ਨੰਬਰ ਤੇ ਇਹਦੇ ਕੋਈ ਪ੍ਰੋਬਲਮ ਨਹੀਂ। ਤੇ ਜਦੋਂ ਮੈਂ ਫਿਰ ਵੇਰਕਾ ਵੀਟਾ ਤੇ ਦੂਜੇ ਉਹ ਵੀ ਉਹਨਾਂ ਤੋਂ ਟੈਸਟ ਕਰਵਾਏ, ਉਹਨਾਂ ਦੇ ਕਿਸੇ ਦੇ 70 ਕਿਸੇ ਦੇ 80, ਇਸ ਤੋਂ ਵੱਧ ਨੰਬਰ ਨਹੀਂ ਆਏ। ਵੀ ਜੇ ਤੁਸੀਂ ਬਿਨਾਂ ਪਾਣੀ ਦੇ ਪਿਓਰ ਦੁੱਧ ਖਰੀਦੋ ਤਾਂ ਫਿਰ ਉਸ ਦੁੱਧ ਨੂੰ ਤੁਸੀਂ ਇੱਦਾਂ ਹੀ ਪੈਸਚਰਾਈਜ਼ ਕਰਕੇ ਸਿੱਧਾ ਕੰਜ਼ਿਊਮਰ ਨੂੰ ਦੇ ਦਿਓ। ਜੇ ਫੇਅਰ ਡੀਲ ਹੋਵੇ ਪ੍ਰੋਡਿਊਸਰ ਤੇ ਕੰਜ਼ਿਊਮਰ ਦੇ ਵਿੱਚ, ਤਾਂ ਜਿਹੜਾ ਕੰਜ਼ਿਊਮਰ ਆ ਉਹਨੂੰ ਸੁੱਖ ਮਿਲੂਗਾ, ਉਹਨੂੰ ਕੋਈ ਦਵਾਈ ਖਾਣ ਦੀ ਲੋੜ ਨਹੀਂ। ਅੱਜ ਹਜ਼ਾਰਾਂ ਰੁਪਈਆਂ ਦੀਆਂ ਲੋਕੀ ਮੈਡੀਸਨਸ ਖਾਂਦੇ ਆ, ਤੇ ਮੇਰੇ ਫਾਦਰ 100 ਸਾਲ ਜੀਏ ਨੇ, ਉਹ 1 ਲੀਟਰ ਦੁੱਧ ਮੱਝ ਦਾ ਪੀਂਦੇ ਰਹੇ ਨੇ। ਮੈਂ ਵੀ ਅੱਜ 1 ਲੀਟਰ 1.25 ਲੀਟਰ ਦੁੱਧ ਪੀਣਾ। ਤੁਸੀਂ ਹਰ ਰੋਜ਼ 1.25 ਲੀਟਰ? ਹਾਂ, 1.25 ਲੀਟਰ ਦੁੱਧ ਮੈਂ ਪੀਣਾ, ਲੇਕਿਨ ਪੀ ਕੇ ਫਿਰ ਮੈਂ ਦਾਰਾ ਸਿੰਘ ਦੀ ਗੱਲ ਮੰਨਦਾ ਵੀ ਦਾਰਾ ਸਿੰਘ ਨੂੰ ਕਿਸੇ ਨੇ ਪੁੱਛਿਆ ਸੀ ਵੀ ਦਾਰਾ ਸਿੰਘ ਜੀ ਖੁਰਾਕ ਕਿਹੜੀ ਚੰਗੀ ਮਾੜੀ ਹੁੰਦੀ ਹੈ? ਉਹ ਕਹਿੰਦੇ ਕਾਕਾ ਖੁਰਾਕ ਚੰਗੀ ਮਾੜੀ ਨਹੀਂ ਹੁੰਦੀ, ਖਾਣ ਵਾਲਾ ਚੰਗਾ ਮਾੜਾ ਹੁੰਦਾ। ਤੇ ਉਹਨਾਂ ਨੇ ਕਿਹਾ ਵੀ ਜਿਹੜੀ ਖੁਰਾਕ ਮੈਂ ਖਾਣਾ ਮੈਂ ਵਰਜਿਸ਼ ਕਰਦਾ। ਹੁਣ ਮੈਂ 7-8 ਕਿਲੋਮੀਟਰ ਸਵੇਰੇ ਬ੍ਰਿਸਕ ਵਾਕ ਕਰਦਾ, 7-8 ਕਿਲੋਮੀਟਰ ਪਰ ਆਵਰ ਦੀ ਸਪੀਡ 'ਤੇ, ਤੇ ਮੈਂ 1 ਕਿਲੋ 1.25 ਕਿਲੋ ਦੁੱਧ ਪੀ ਲਿਆ ਤਾਂ ਮੈਂ ਉਹਨੂੰ ਪਚਾ ਲਿਆ।
ਤੇ ਜੇ ਮੈਂ 24 ਘੰਟੇ 에ਅਰ ਕੰਡੀਸ਼ਨ ਬੈਠਾ ਰਹੂੰਗਾ ਤੇ ਸਰੀਰ ਨਹੀਂ ਹਿਲਾਊਂਗਾ, ਫਿਰ ਮੈਂ ਬਲੇਮ ਕਰਾਂ ਜੀ ਮੈਂ ਦੁੱਧ ਪੀਤਾ, ਦੁੱਧ ਪੀਣਾ ਬੰਦ ਕਰ ਦਿਓ। ਤੇ ਮੈਂ ਤਾਂ ਹੁਣ ਉੱਥੇ ਕੈਨੇਡਾ 'ਚ ਮੇਰਾ ਜਿਹੜਾ ਫੈਮਿਲੀ ਡਾਕਟਰ ਆ, ਮੈਂ ਤੁਹਾਨੂੰ ਹਾਸੇ ਦੀ ਗੱਲ ਦੱਸਾਂ, 1998 'ਚ ਅਸੀਂ ਇਮੀਗ੍ਰੇਟ ਕੀਤਾ ਤੇ ਉਹਨੇ ਮੇਰਾ ਚੈੱਕਅਪ ਕਰਕੇ ਮੈਨੂੰ ਕਹਿੰਦਾ ਵੀ ਜਸਵੰਤ ਸਿੰਘ ਬਾਕੀ ਸਭ ਠੀਕ ਹੈ, ਤੂੰ ਦੁੱਧ ਪੀਣਾ ਛੱਡ ਦੇ। ਤੇ ਮੈਂ ਕਿਹਾ ਵੀ ਮੈਂ ਤਾਂ ਕੈਨੇਡਾ ਛੱਡ ਸਕਦਾ, ਦੁੱਧ ਪੀਣਾ ਤਾਂ ਨਹੀਂ ਛੱਡ ਸਕਦਾ। ਤੇ ਮੈਂ ਕਿਹਾ ਵੀ ਮੈਂ ਦੁੱਧ ਤੋਂ ਪਹਿਲਾਂ ਜੀ ਨਹੀਂ ਸਕਦਾ, ਮੈਂ ਮੀਟ ਨਹੀਂ ਖਾਂਦਾ, ਉੱਥੇ ਵੀ ਨਹੀਂ ਅੱਜ ਤੱਕ ਮੈਂ ਖਾਧਾ। ਆਈ ਐਮ ਪਰਫੈਕਟ, ਮੈਂ ਅੰਡਾ ਵੀ ਨਹੀਂ ਖਾਂਦਾ, ਮੀਟ ਵੀ ਨਹੀਂ ਖਾਂਦਾ। ਮੈਂ ਤਾਂ 80% ਆਫ ਮਾਈ ਡਾਈਟ ਇਜ਼ ਫਰੂਟ ਐਂਡ ਮਿਲਕ। ਤੇ ਮੈਂ ਇੱਕ ਟਾਈਮ ਰੋਟੀ ਖਾਣਾ, ਤਾਂ ਉਹ ਛੋਟੀਆਂ ਛੋਟੀਆਂ ਰੋਟੀਆਂ ਖਾਣਾ। ਤੇ ਅੱਜ ਕੋਈ ਜੇ ਮੈਨੂੰ ਪੁੱਛਦਾ ਵੀ ਤੇਰੀ ਉਮਰ ਕਿੰਨੀ ਹੈ, ਮੈਂ ਕਹਿੰਦਾ 57 ਸਾਲ। ਤੇ ਉਹ ਕਹਿੰਦਾ ਨਹੀਂ ਬਾਬਾ ਜੀ ਲੱਗਦੇ ਤਾਂ ਤੁਸੀਂ 75 80 ਦੇ ਹੋ। ਮੈਂ ਕਿਹਾ ਵੀ ਹਾਂ ਤੇਰੀ ਗੱਲ ਤਾਂ ਠੀਕ ਹੈ, ਮੈਂ 75 ਦਾ ਸੀਗਾ, ਪਰ ਮੈਂ ਉਹ ਫਿਗਰਾਂ ਉਲਟ ਲਈਆਂ। ਤੇ ਮੈਂ ਹੁਣ 75 ਨੂੰ 57 ਕਰ ਲਿਆ। ਹੁਣ ਸਾਡੇ ਜਿਹੜੇ ਬਜ਼ੁਰਗ ਉੱਥੇ ਬੈਠੇ ਆ, ਉਹਨਾਂ ਦਾ ਮੁਕਾਬਲਾ ਕੋਈ ਕਰ ਲੂਗਾ? ਜਿਹੜੇ ਸਰਦੀਆਂ ਵੀ ਕੱਟ ਗਏ, ਗਰਮੀਆਂ ਵੀ ਕੱਟਣ ਲਈ ਤਿਆਰ ਨੇ, ਤੇ ਉੱਥੇ ਕਹਿੰਦੇ ਵੀ ਸਾਨੂੰ ਕਰੋਨਾ ਸਾਡੇ ਤੋਂ ਡਰਦਾ। ਤੇ ਜਿਹੜੇ ਬੰਦੇ ਦੀ ਇਮਿਊਨਿਟੀ ਆ, ਜਿਹੜੇ ਬੰਦੇ ਨੇ ਬੱਕਰੀ ਦਾ ਦੁੱਧ ਪੀ ਲਿਆ, ਉਹਨੂੰ ਡੇਂਗੂ ਕਿੱਦਾਂ ਹੋ ਜਾਊਗਾ? ਜਿਹਨੇ ਆਪਣੀ ਮੱਝ, ਬੂਰੀ ਮੱਝ ਦਾ ਦੁੱਧ ਚੁੰਘ ਲਿਆ, ਉਹਨੂੰ ਬਿਮਾਰੀ ਕਿੱਦਾਂ ਲੱਗ ਜੂਗੀ? ਵੀ ਮੇਰੇ ਫਾਦਰ 100 ਸਾਲ ਤੱਕ ਜੀਏ ਨੇ, ਔਰ ਉਹਨਾਂ ਦਾ ਰਿਕਾਰਡ ਕੱਢ ਲਓ 10 ਸਾਲ ਉਹ ਕਿਸੇ ਪਿਛਲੀ ਲਾਈਫ 'ਚ ਕਿਸੇ ਡਾਕਟਰ ਕੋਲ ਹੀ ਨਹੀਂ ਗਏ। ਜਸਵੰਤ ਜੀ, ਪਰ ਵੱਡਾ ਸਵਾਲ ਤਾਂ ਇਹੀ ਹੈ ਨਾ ਕਿ ਇਹ ਸ਼ੁੱਧ ਚੀਜ਼ ਮਿਲੂਗੀ ਕਿਵੇਂ? ਕਿਵੇਂ ਆਮ ਲੋਕੀ ਜਿਹੜੇ ਹੈਗੇ ਨੇ ਉਹ ਸ਼ੁੱਧ ਦੁੱਧ ਪੀ ਸਕਣ, ਤਾਂ ਕਿ ਉਹਨਾਂ ਨੂੰ ਫਿਰ ਜਿਹੜਾ ਹੈਗਾ ਉਸ ਤੋਂ ਲਾਭ ਮਿਲ ਸਕੇ, ਉਹਨਾਂ ਦੀ ਇਮਿਊਨਿਟੀ ਵੱਧ ਸਕੇ? ਕੀ ਕੋਈ ਪੈਮਾਨੇ ਹੁੰਦੇ ਨੇ ਕਿ ਦੁੱਧ ਨੂੰ ਅਸੀਂ ਮਾਪ ਸਕਦੇ ਹੈਗੇ ਹਾਂ ਕਿ ਇਹਦੇ ਵਿੱਚ ਕਿੰਨੀ ਕੁ ਇੰਪਿਓਰਿਟੀ ਹੈਗੀ ਹੈ, ਕਿੰਨਾ ਕਿਸ 'ਚ ਮਿਲਾਵਟ ਹੋਈ ਹੋਈ ਹੈ? ਗੁਰਪ੍ਰੀਤ ਜੀ, ਮੈਂ ਤੁਸੀਂ ਮੀਡੀਆ ਦੇ ਵਿੱਚ ਕਦੋਂ ਤੇ ਹੈਗੇ ਆ? 7-8 ਸਾਲ। 7-8 ਸਾਲ ਦਾ। ਮੈਂ ਤੁਹਾਨੂੰ 100 ਚੋਂ 100 ਨੰਬਰ ਦੇ ਰਿਹਾ। ਤੇ ਉਹ ਇਸ ਲਈ ਦੇ ਰਿਹਾ ਵੀ ਤੁਸੀਂ ਇਹ ਜਿਹੜਾ ਸਵਾਲ ਕੀਤਾ ਨਾ, ਸਾਰੀ ਉਲਝਣ ਦੀ ਜੜ ਇਸ ਸਵਾਲ ਦੇ ਜਵਾਬ 'ਚ ਹੈ। ਵੀ ਅੱਜ ਅਗਰ ਅਸੀਂ ਦੁੱਧ ਨੂੰ ਜਿਹੜਾ ਸੁਨਿਆਰਾ ਹੈ, ਅਗਰ ਉਹ ਸੋਨਾ ਇੱਕ ਦੂਜੇ ਨੂੰ ਵੇਚਦੇ ਆ ਤਾਂ ਉਹ ਚੈੱਕ ਕਰ ਲੈਂਦੇ ਆ ਵੀ ਉਹਨੂੰ ਸੋਨੇ ਨੂੰ ਗਰਮ ਕਰਦੇ ਆ, ਪਹਿਲਾਂ ਚਾਂਦੀ ਪਿਘਲ ਜਾਂਦੀ, ਫਿਰ ਸੋਨਾ ਪਿਘਲ ਜਾਂਦਾ, ਫਿਰ ਬਾਕੀ ਖੋਟ ਬਚ ਜਾਂਦਾ। ਦੁੱਧ ਦੇ ਵਿੱਚ ਵੀ 3 ਚੀਜ਼ਾਂ ਨੇ। ਫੈਟ ਹੈ, SNF ਹੈ, ਸੋਲਿਡਸ ਨਾਟ ਫੈਟ, ਜਿਹਦੇ 'ਚ ਪ੍ਰੋਟੀਨ, ਵਿਟਾਮਿਨ, ਲੈਕਟੋਜ਼, ਮਿਨਰਲਸ ਆ ਜਾਂਦੇ ਆ। ਤੇ ਤੀਜਾ ਪਾਣੀ ਹੈ। ਹੁਣ ਅਗਰ ਆਪਾਂ ਗਾਂ ਦਾ ਦੁੱਧ ਲਈਏ ਤਾਂ ਉਹਦੇ 'ਚ 12 ਕਿਲੋ ਦੁੱਧ ਦਾ ਅੰਸ਼ ਆ, 3.5 ਕਿਲੋ ਫੈਟ ਹੈ, ਜਿਹਦਾ ਆਪਾਂ ਕਰੀਮ ਕੱਢ ਲੈਂਦੇ ਹਾਂ, ਉਹਦਾ ਮੱਖਣ ਬਣ ਜਾਂਦਾ, ਉਹਦਾ ਘਿਓ ਬਣ ਜਾਂਦਾ। ਤੇ ਜਿਹੜੀ ਮੱਝ ਹੈ ਉਹਦੇ 6.5 ਕਿਲੋ ਫੈਟ ਹੈ ਉਹਦੇ ਸਟੈਂਡਰਡ ਦੇ ਵਿੱਚ, ਤੇ ਉਹਦੇ 'ਚ 8.84 ਕਿਲੋ SNF ਹੈ, ਤੇ ਬਾਕੀ ਪਾਣੀ ਹੈ। ਹੁਣ ਅਗਰ ਅਸੀਂ ਉਹ ਟੈਸਟ ਕਰਨਾ ਆ ਜਾਵੇ ਵੀ ਅਸੀਂ ਦੁੱਧ ਤੇ ਜਿਹੜੀ ਹੁਣ ਆਪਣੀ ਕਹਾਵਤ ਆ ਜਿਹਨੂੰ ਆਪਾਂ ਕਹਿੰਦੇ ਦੁੱਧ ਦਾ ਦੁੱਧ, ਪਾਣੀ ਦਾ ਪਾਣੀ, ਤੇ ਮੈਂ ਤਾਂ ਉਹ ਸਿੰਪਲ ਟੈਸਟ ਬਣਾਏ 5 ਵੀ ਲੈਬੋਰਟਰੀ ਵਾਲੇ ਤਾਂ ਹੁਣ ਜੇ ਅਗਰ ਕਰਨਾਲ ਤੋਂ ਮੈਂ ਟੈਸਟ ਕਰਾਉਣਾ ਤਾਂ 2000 ਰੁਪਏ ਦਾ ਬੈਕਟੀਰੀਆ ਚੈੱਕ ਕਰਨ ਦੇ ਲੈਂਦੇ ਆ, ਤੇ 1000 ਰੁਪਈਆ ਉਹ 5 ਸਾਇੰਟਿਸਟ ਦੁੱਧ ਪੀ ਕੇ ਦੱਸ ਦਿੰਦੇ ਵੀ ਦੁੱਧ ਦੇ 100 ਚੋਂ ਕਿੰਨੇ ਨੰਬਰ, ਉਹਦਾ 1000 ਰੁਪਏ ਲੈਂਦੇ ਆ। ਹੁਣ ਜਿਹੜਾ ਬੰਦਾ ਕਿਲੋ ਦੁੱਧ ਲੈਂਦਾ ਉਹ 1000 ਰੁਪਏ 'ਚੋਂ ਟੈਸਟ ਕਰਾਵੇ ਜਾਂ 2000 ਬੈਕਟੀਰੀਆ ਟੈਸਟ ਕਰਾਵੇ, ਪੋਸੀਬਲ ਨਹੀਂ। ਮੈਂ ਫਿਰ ਇਹਦੇ 'ਤੇ ਵਰਕ ਕੀਤਾ, ਤੁਸੀਂ ਹੈਰਾਨ ਹੋ ਜਾਓਗੇ ਵੀ 5 ਸਿੰਪਲ ਟੈਸਟ ਨੇ। ਇੱਕ ਤਾਂ ਪਹਿਲਾ ਟੈਸਟ ਹੈਗਾ ਸਿਰਿੰਜ ਟੈਸਟ, ਆ ਜਿਹਦੇ ਨਾਲ ਆਪਾਂ ਟੀਕਾ ਲਾਉਂਦੇ ਹਾਂ। ਤੁਹਾਡਾ ਖਿਆਲ ਹੈ ਵੀ ਇਹਦੇ ਨਾਲ ਪਾਣੀ ਪਤਾ ਲੱਗ ਜੂਗਾ? ਤੁਸੀਂ ਲੱਭਿਆ ਮੈਨੂੰ ਲੱਗਦਾ ਪਤਾ ਕਰ ਹੀ ਦਿੱਤਾ ਹੁਣ। ਮੈਂ ਤਾਂ ਹੁਣ ਟੀਕਾ ਲਾ ਕੇ ਛੱਡੋ ਤੇ ਮੈਂ ਤੁਹਾਨੂੰ ਕਰਾ ਕੇ ਵੀ ਦਊਂਗਾ ਵੀ ਇੱਕ ਸਿਰਿੰਜ ਲੈ ਲੈਣੀ, ਕੋਈ ਜਾਦੂ ਨਹੀਂ। ਤੁਸੀਂ ਉਹਨੂੰ ਸਿਰਿੰਜ ਲੈ ਲਓ, ਆਪਣੇ ਸਾਹਮਣੇ ਮੱਝ ਦਾ ਦੁੱਧ ਚੁਆ ਲਿਓ, ਮੱਝ ਨੂੰ ਟਰਸਟ ਕਰ ਲਿਓ ਵੀ ਮੱਝ ਬੇਈਮਾਨ ਨਹੀਂ, ਉਹਦਾ ਦੁੱਧ ਚੋ ਕੇ ਲੈ ਆਓ, ਉਹਨੂੰ ਸਿਰਿੰਜ 'ਚ ਲੈ ਲਿਓ, ਆਪਣੇ ਸ਼ੀਸ਼ੇ ਦੇ ਉੱਤੇ ਉਹਨੂੰ ਉੱਪਰੋਂ ਇੱਕ ਡ੍ਰੌਪ ਛੱਡਿਓ, ਉਹ ਥੱਲੇ ਨੂੰ ਆਊਗਾ, ਉਹਦੀ ਸਪੀਡ ਜਿਹੜੀ ਹੈ ਪਹਿਲੇ ਗੀਅਰ ਦੀ ਸਪੀਡ ਹੋਊਗੀ, ਫਸਟ ਗੀਅਰ ਜਿਹੜਾ ਪਿਓਰ ਦੁੱਧ ਆ, ਉਹਦਾ ਮਾਰਕ ਸ਼ੀਸ਼ੇ ਦੇ ਉੱਤੇ ਪੂਰਾ ਗੂੜਾ ਬਣੂਗਾ, ਹੌਲੀ ਹੌਲੀ ਥੱਲੇ ਆਊਗਾ। ਫਿਰ ਤੁਸੀਂ ਉਹਦੇ 'ਚ 10% ਪਾਣੀ ਪਾ ਲਓ ਸਿਰਿੰਜ 'ਚ, ਤੇ ਬਾਕੀ ਦੁੱਧ ਪਾ ਲਓ। ਫਿਰ ਤੁਸੀਂ ਉਹਨੂੰ ਦੇਖੋ, ਉਹ ਦੂਜੇ ਗੀਅਰ 'ਚ ਆਊਗਾ, ਤੇ ਉਹਦਾ ਜਿਹੜਾ ਉਹ ਨਿਸ਼ਾਨ ਆ ਪਤਲਾ ਹੋ ਜਾਊਗਾ। ਜਦੋਂ ਤੁਸੀਂ ਉਹਨੂੰ ਚੌਥੇ ਗੀਅਰ 'ਚ 40% ਪਾਣੀ ਪਾਇਆ ਤਾਂ ਉਹਨੇ ਚੌਥੇ ਗੀਅਰ 'ਚ ਇੱਕਦਮ ਥੱਲੇ ਡਿੱਗਣਾ, ਤੇ ਉਹਦਾ ਨਿਸ਼ਾਨ ਵੀ ਬਰੀਕ ਹੋਊਗਾ। ਹੁਣ ਦੱਸੋ ਇਹਦੇ 'ਚ ਕਾਮਨ ਸੈਂਸ ਇਜ਼ ਮੋਸਟ ਅਨਕਾਮਨ। ਹੁਣ ਤੁਸੀਂ ਦੱਸੋ ਵੀ ਪਤਾ ਲੱਗ ਜੂਗਾ। ਤੇ ਮੈਂ ਉਹ ਨਿਸ਼ਾਨ ਆਪਣੇ ਸ਼ੀਸ਼ੇ 'ਤੇ ਬਣਾਇਆ ਹੋਇਆ। ਜਦੋਂ ਬੜੀ ਇੰਟਰਸਟਿੰਗ ਗੱਲ ਦੱਸਣ ਲੱਗਿਆ, ਜਦੋਂ ਉਹ ਦੋਜੀ ਨੇ ਆਉਣਾ, ਮੈਂ ਸਿਰਿੰਜ ਨਾਲ ਲੈ ਕੇ ਉਹਦੇ ਨਾਲ ਨਿਸ਼ਾਨ ਬਣਾ ਦੇਣਾ, ਮੈਨੂੰ ਕੁਝ ਕਹਿਣ ਦੀ ਲੋੜ ਨਹੀਂ ਪੈਣੀ, ਤੇ ਉਹਨੂੰ ਮੈਂ ਦੇਖ ਲੈਣਾ ਵੀ ਦੇਖ ਕਿਹੜੇ ਨਿਸ਼ਾਨ ਨਾਲ ਮਿਲਦਾ। ਤੇ ਹੁਣ ਦੱਸੋ ਪਾਣੀ ਪਾਊਗਾ?
ਤਾਂ ਜਿਹੜੇ ਅੱਜ ਤੇ ਦੇ ਇਹ ਜਿਹੜਾ ਪਹਿਲਾ ਟੈਸਟ ਤੁਸੀਂ ਇਹਦੇ ਨਾਲ ਕਰ ਲਓਗੇ ਵੀ ਹੋ ਬਿਲਕੁਲ, ਜੂਗਾ। ਬਿਲਕੁਲ। ਅੱਛਾ, ਹੁਣ ਫਿਰ ਮੈਂ ਇਹਦੇ ਤੇ ਵਿਸ਼ਵਾਸ ਨਹੀਂ ਰੱਖਿਆ। ਮੈਂ ਉਹਨੂੰ ਦੱਸਿਆ ਵੀ ਦੇਖ ਹੁਣ ਮੈਂ ਨਾ, ਇਹ ਤਾਂ ਪਹਿਲਾ ਟੈਸਟ, ਦੂਜਾ ਟੈਸਟ ਮੈਂ ਕਰੂੰਗਾ ਵੀ 100 ਗ੍ਰਾਮ ਦੁੱਧ ਲਊਂਗਾ ਤੇਰੇ ਸਾਹਮਣੇ, ਉਹਦਾ ਮੈਂ ਨੌਨ ਸਟਿਕ ਪੈਨ 'ਚ ਉਹਨੂੰ 5 ਮਿੰਟ 'ਚ ਉਹਦਾ ਖੋਆ ਬਣਾ ਦੂੰ ਤੇਰੇ ਸਾਹਮਣੇ। ਖੋਏ ਨੂੰ ਫਿਰ ਮੈਂ ਤੁਹਾਨੂੰ ਮਸ਼ੀਨ ਦਿਖਾਈ ਵੀ ਜਿਹਦੇ ਨਾਲ ਚਿੱਠੀ ਤੇ ਕਿੰਨੀ ਸਟੈਪ ਲੱਗਣੀ ਆ, ਉਹ ਉਹਦੇ ਨਾਲ ਮੈਂ ਤੋਲ ਲੂੰ ਕਿੰਨੇ ਗ੍ਰਾਮ ਆ। ਜੇ ਉਹਦੇ 'ਚ ਜਿੰਨੇ ਗ੍ਰਾਮ ਖੋਆ ਬਣਿਆ, ਚਿੱਟਾ ਖੋਆ, ਇੱਕ ਕੱਚਾ ਖੋਆ ਹੁੰਦਾ ਜਿਹਦਾ ਰੰਗ ਚਿੱਟਾ ਹੁੰਦਾ, ਇੱਕ ਜੇ ਬਾਹਲਾ ਆਪਾਂ ਲੰਬੇ ਸਮੇਂ ਲਈ ਰੱਖਣਾ ਤਾਂ ਉਹ ਥੋੜ੍ਹਾ ਕਾੜਿਆ ਹੋ ਜਾਂਦਾ, ਉਹਦਾ ਰੰਗ ਬਦਲ ਜਾਂਦਾ। ਜਿਹੜਾ ਕੱਚਾ ਖੋਆ ਉਹ ਉਹਦੇ 'ਚੋਂ 200 ਚੋਂ 250 ਗ੍ਰਾਮ ਕਿਲੋ 'ਚੋਂ ਬਣਨਾ ਚਾਹੀਦਾ। ਸੋ ਜੇ ਉਹ ਬਣ ਗਿਆ ਇਹਦਾ ਮਤਲਬ ਠੀਕ ਆ। ਹੁਣ ਉਹ ਬੰਦਾ ਜਿਹਨੂੰ ਮੈਂ ਪਹਿਲਾਂ ਸ਼ੁਰੂ ਕੀਤਾ, ਉਹਨੇ ਸੋਚਿਆ ਵੀ ਇਹ ਖੋਆ ਤਾਂ ਮੈਂ ਬਣਾ ਦੂੰਗਾ, ਮਿਲਾਵਟ ਵੀ ਕਰ ਦੂੰਗਾ, ਅਤੇ ਉਹਦੇ ਤੁਸੀਂ ਸੰਘਾੜੇ ਦਾ ਆਟਾ ਪਾ ਦਿਓ, ਉਹਦੇ ਤੁਸੀਂ ਕੋਈ ਵੈਜੀਟੇਬਲ ਬੇਸ ਕੋਈ ਚੀਜ਼ ਪਾ ਦਿਓ, ਅਤੇ ਉਹ ਖੋਆ ਵੱਧ ਬਣ ਜੂਗਾ, ਤੁਹਾਡਾ 200-250 ਗ੍ਰਾਮ ਬਣ ਜੂਗਾ। ਅਤੇ ਮੈਂ ਉਹਨੂੰ ਕਿਹਾ ਵੀ ਮੈਂ ਫੜ ਲੂੰਗਾ। ਕਹਿੰਦਾ ਜੀ ਮੇਰਾ 32 ਸਾਲ ਦਾ ਤਜਰਬਾ, ਤੁਸੀਂ ਕਿੱਦਾਂ ਫੜ ਲਓਗੇ? ਮੈਂ ਕਿਹਾ ਲੈ ਹੁਣੇ ਫੜ ਦਿੰਦਾ। ਫਿਰ ਮੈਂ ਤੁਹਾਨੂੰ ਸ਼ੀਸ਼ੀ ਦਿੰਦਾ, ਕਿਸੇ ਕੈਮਿਸਟ ਤੋਂ ਮਿਲ ਜਾਂਦੀ 20 ਰੁਪਏ ਦੀ, ਉਹ ਹੈਗੀ ਵੀਕ ਆਇਓਡੀਨ ਸੋਲੂਸ਼ਨ। ਜੇ ਆਪਣੇ 60 ਸੁੱਟ ਲੱਗਦੀ ਹੈ, ਬਿਲਕੁਲ, ਹਾਂਜੀ ਹਾਂਜੀ, ਉਹਦੇ ਲਈ ਲੱਗਦੀ ਹੈ। ਤੁਸੀਂ ਉਹਦੇ 'ਚ ਦੁੱਧ ਲੈ ਲਓ, ਉਹਦੇ 'ਚ ਉਹ ਆਇਓਡੀਨ ਪਾ ਦਿਓ, ਉਹਦਾ ਰੰਗ ਉਹੀ ਹੋਊਗਾ ਜੋ ਆਇਓਡੀਨ ਦਾ ਰੰਗ ਆ। ਅਤੇ ਜੇ ਉਹਨੇ ਦੁੱਧ 'ਚ ਸੰਘਾੜੇ ਦਾ ਆਟਾ ਜਾਂ ਕੋਈ ਮਿਲਾਵਟ ਕੀਤੀ ਹੈ, ਐਗਰੋ ਬੇਸਡ ਕੋਈ ਪਾਈ ਹੈ, ਉਹਦਾ ਰੰਗ ਨੀਲਾ ਹੋ ਜਾਊਗਾ। ਜਦੋਂ ਰੰਗ ਨੀਲਾ, ਫਿਰ ਤੁਸੀਂ ਉਹਦੇ ਚਿਹਰੇ ਦਾ ਰੰਗ ਦੇਖ ਲਓ, ਉਹਦੇ ਮੂੰਹ 'ਤੇ ਵੀ ਰੰਗ ਬਦਲ ਜੂਗਾ। ਅਤੇ ਇਹ ਦੂਜਾ ਟੈਸਟ ਹੋ ਗਿਆ। ਹੁਣ ਤੀਜਾ ਟੈਸਟ ਹੈ ਵੀ ਜੇ ਉਹਨੇ ਉਹਦੇ ਯੂਰੀਆ ਪਾਤੀ, ਉਹਦੇ 'ਚ ਉਹਨੇ ਖੰਡ ਪਾਤੀ, ਉਹਦੇ 'ਚ ਉਹਨੇ ਨਮਕ ਪਾਤਾ, ਇਹ ਤਿੰਨ ਚੀਜ਼ਾਂ ਪਾਉਣ ਦੇ ਨਾਲ ਕੀ ਹੁੰਦਾ ਵੀ ਉਹਦੀ ਗ੍ਰੈਵਿਟੀ ਵੱਧ ਜਾਂਦੀ ਹੈ, ਡੈਂਸਿਟੀ ਵੱਧ ਜਾਂਦੀ ਹੈ। ਜਦੋਂ ਡੈਂਸਿਟੀ ਵੱਧ ਗਈ ਤਾਂ ਉਹ CLR ਵੱਧ ਗਈ ਇਲੈਕਟ੍ਰੋਮੀਟਰ ਦੀ। ਉਹਨੇ ਕਹਿਣਾ ਹੁਣ ਜਿਹੜਾ ਜਿਵੇਂ NDTV ਨੇ ਦਿਖਾਇਆ ਸੀ ਵੀ ਉਹਦਾ ਦਹੀਂ ਬਣਦਾ, ਚੱਕਾ ਦਹੀਂ ਜੰਮਦਾ। ਕਹਿੰਦਾ ਮੈਂ ਆਪਣੇ ਬੱਚਿਆਂ ਨੂੰ ਕਹਾਂ ਮੈਂ ਆਪਣੇ ਬੱਚੇ ਮਾਰਨੇ ਆ? ਕਹਿੰਦਾ ਅਸੀਂ ਤਾਂ 10 ਕਿਲੋ ਦਾ 100 ਕਿਲੋ ਦੁੱਧ ਬਣਾਉਂਦੇ, ਉਹਦਾ ਦਹੀਂ ਵਧੀਆ ਬਣਦਾ। ਹੁਣ ਮੈਂ ਉਹਦਾ ਪਨੀਰ ਟੈਸਟ ਵੀ ਮੈਂ ਉਹ ਦੁੱਧ ਲੈ ਕੇ ਉਹਦੇ ਸਾਹਮਣੇ ਉਹਦਾ 100 ਗ੍ਰਾਮ ਦੁੱਧ ਲਊਂਗਾ, 100 ਗ੍ਰਾਮ ਜਾਂ ਅੱਧਾ ਕਿਲੋ ਦੁੱਧ ਲੈ ਲੂੰ, ਅੱਧੇ ਕਿੱਲੇ ਦੁੱਧ ਨੂੰ ਮੈਂ ਉਹਦੇ 'ਚ 80 ਡਿਗਰੀ 'ਤੇ ਗਰਮ ਕਰਨਾ, ਉਹਦੇ 'ਚ ਮੈਂ ਨਿੰਬੂ ਨੂੰ ਚੋੜ ਦੇਣਾ, ਅਤੇ ਉਹ ਪਨੀਰ ਬਣ ਜਾਣਾ। ਜਿਹੜਾ ਪਨੀਰ ਬਣਿਆ ਉਹਦੇ 'ਚ ਉਹਨੇ ਯੂਰੀਆ ਪਾਇਆ, ਖੰਡ ਪਾਈ ਹੈ, ਲੂਣ ਪਾਇਆ, ਉਹ ਸਾਰਾ ਵੇਚ ਨਿਕਲ ਜੂਗਾ। ਉਹ ਵੇਚ ਨਿਕਲ ਗਿਆ ਅਤੇ ਮੈਂ ਉਹ ਤੋਲ ਲੈਣਾ ਵੀ ਪਨੀਰ ਕਿੰਨਾ ਬਣਿਆ। ਜੇ ਉਹਦੇ 'ਚੋਂ 15 ਗ੍ਰਾਮ ਬਣ ਗਿਆ 100 ml 'ਚੋਂ, ਤਾਂ ਇਹਦਾ ਮਤਲਬ ਕਿਲੋ 'ਚੋਂ 1.5 ਕਿਲੋ ਬਣ ਗਿਆ, 150 ਗ੍ਰਾਮ। ਅਤੇ ਜਦੋਂ 150 ਗ੍ਰਾਮ ਪਨੀਰ ਬਣ ਗਿਆ ਤਾਂ ਮੈਂ ਉਹ ਮਿਲਾਵਟ ਵੀ ਫੜ ਲਈ ਉਹਦੀ ਜੇ ਕੋਈ ਸੀਗੀ, ਅਤੇ ਮੈਂ ਪਨੀਰ ਵੀ ਮੇਰੇ ਕੰਮ ਆ ਗਿਆ, ਵੇਸਟ ਨਹੀਂ ਹੋਇਆ। ਜਿਹੜਾ ਵੇ ਹੈ ਉਹਨੂੰ ਮੈਂ ਜਦੋਂ ਸਬਜ਼ੀ ਦਾਲ ਤਰੀ ਬਣਾਉਣੀ ਆ, ਮੈਂ ਉਹਦੇ 'ਚ ਉਹਨੂੰ ਵਰਤ ਲੈਣਾ, ਮੇਰਾ ਲਾਸ ਕੋਈ ਨਹੀਂ ਹੋਇਆ ਟੈਸਟਿੰਗ ਦੇ ਵਿੱਚ। ਇਹ ਤਾਂ ਨਹੀਂ ਮੈਂ 1000 ਰੁਪਏ ਦੇ ਕੇ ਟੈਸਟਿੰਗ ਕਰਾਈ ਹੈ। ਫਿਰ ਜਿਹੜੀ ਸਭ ਤੋਂ ਖਤਰਨਾਕ ਮਿਲਾਵਟ ਜਿਹੜੀ ਹਿੰਦੁਸਤਾਨ ਦੇ ਵਿੱਚ ਹੋ ਰਹੀ ਹੈ ਔਰ ਲਾਰਜ ਸਕੇਲ 'ਤੇ ਹੋ ਰਹੀ ਹੈ, ਔਰ ਉਹ ਖਤਰਨਾਕ ਜਿਹੜੀ ਮਿਲਾਵਟ ਆ ਉਹ ਤੁਸੀਂ ਦੱਸ ਸਕਦੇ ਹੋ ਕੀ ਹੈ ਗਗਨਦੀਪ? ਉਹ ਹੈ ਰਿਫਾਈਨਡ ਆਇਲ। ਜਿਹੜਾ ਪਾਮ ਆਇਲ ਆ ਉਹ ਸਭ ਤੋਂ ਸਸਤਾ ਤੇਲ ਹੈ। ਉਹਦੀ ਜਿਹੜੀ BR ਰੀਡਿੰਗ ਆ ਉਹ ਦੇਸੀ ਘਿਓ ਨਾਲ ਮਿਲਦੀ ਹੈ। ਅਤੇ ਜੇ ਤੁਸੀਂ ਪਾਮ ਆਇਲ ਲੈ ਕੇ ਉਹਨੂੰ ਅਗਰ ਦੁੱਧ 'ਚ ਆਪਾਂ ਪਾਵਾਂਗੇ ਗਰਮ ਕਰਕੇ, ਤਾਂ ਉਹ ਵਿੱਚ ਘੁਲੇਗੀ। ਤੁਸੀਂ ਕਰਕੇ ਦੇਖ ਲਓ ਤਜਰਬਾ। ਰਿਫਾਈਨਡ ਆਇਲ ਨੂੰ ਗਰਮ ਪਾ ਦਿਓ ਦੁੱਧ ਵਿੱਚ, ਉਹ ਵਿੱਚ ਉੱਤੇ ਉਹਦੇ ਬੁਲਬੁਲੇ ਜੇ ਤੈਰਨਗੇ, ਮਿਕਸ ਨਹੀਂ ਹੋਏਗਾ। ਅਤੇ ਮਿਕਸ ਕਰਨ ਲਈ ਫਿਰ ਉਹ ਕੀ ਕਰਦੇ ਆ, ਉਹਦੇ 'ਚ ਸ਼ੈਂਪੂ ਪਾਉਂਦੇ ਆ ਵੀ ਸ਼ੈਂਪੂ ਦੇ ਵਿੱਚ ਘੋਲ ਲਓ, ਜਾਂ ਤੁਸੀਂ ਕਾਸਟਿਕ ਸੋਡਾ ਲਾਓ, ਉਹਦੇ 'ਚ ਘੋਲ ਲਓ। ਕਾਸਟਿਕ ਸੋਡੇ 'ਚ ਘੋਲ ਕੇ ਤੁਸੀਂ ਉਹਦੇ 'ਚ ਪਾ ਦਿਓ, ਉਹਨੂੰ ਕੋਈ ਨਹੀਂ ਫੜ ਸਕਦਾ। ਉਹ ਖਟਾਸ ਵੀ, ਕਿਉਂਕਿ ਅਲਕਲੀ ਆ, ਉਹ ਐਸਿਡ ਅਤੇ ਅਲਕਲੀ ਜਿਹੜੇ ਆ ਇੱਕ ਦੂਜੇ ਨੂੰ ਨਿਊਟਰਲਾਈਜ਼ ਕਰਦੇ ਆ। ਅਤੇ ਉਹਨੂੰ ਜਿਹੜੇ ਆ ਮਿਲਕ ਪਲਾਂਟ ਨੇ ਉਹਦਾ ਨਾਂ ਕਾਸਟਿਕ ਸੋਡਾ ਨਹੀਂ ਲੈਂਦੇ, ਉਹਨੂੰ ਨਿਊਟਰਲਾਈਜ਼ਰ ਕਹਿੰਦੇ ਆ। ਨਿਊਟਰਲਾਈਜ਼ਰ ਦਾ ਮਤਲਬ ਵੀ ਜਿਹੜੀ ਉਹਦੇ ਦੁੱਧ ਦੇ ਵਿੱਚ ਐਸਿਡਿਟੀ, ਨੈਚੁਰਲ ਐਸਿਡਿਟੀ 0.12 ਦੇ ਕਰੀਬ ਹੁੰਦੀ ਹੈ, ਉਹ 18 ਹੋ ਗਈ ਜਾਂ 20 ਹੋ ਗਈ। ਉਹਨਾਂ ਨੇ ਕੈਲਕੂਲੇਟ ਕਰਨਾ ਕੈਲਕੂਲੇਟਰ ਦੇ ਨਾਲ ਵੀ ਕਿੰਨਾ ਕਾਸਟਿਕ ਸੋਡਾ ਪਾਈਏ ਵੀ ਇਹਦੀ ਐਸਿਡਿਟੀ ਘਟ ਜਾਵੇ। ਅਤੇ ਉਹਦੇ ਪਾਉਣ ਨਾਲ ਫਿਰ ਜਿਹੜੇ ਬਦਮਾਸ਼ ਨੇ, ਜਿਹੜੇ ਗਲਤ ਤਰ੍ਹਾਂ ਦੇ ਅਡਲਟਰੇਟਰ ਨੇ, ਉਹ ਕਹਿੰਦੇ ਵੀ ਇਹਦੇ ਨਾਲ ਐਸਿਡਿਟੀ ਵੀ ਘਟ ਗਈ, ਅਤੇ ਹੁਣ ਮੈਂ ਜੇ ਰਿਫਾਈਨਡ ਵੀ ਪਾ ਦੂੰ ਤਾਂ ਇੱਕ ਪੰਥ ਦੋ ਕਾਜ ਹੋ ਗਏ। ਹੁਣ ਜਿਹੜਾ ਇਹ ਜਿਹੜਾ ਦੁੱਧ ਵਿਕ ਰਿਹਾ ਨਾ, ਇਹ ਆਉਣ ਵਾਲੇ ਸਮੇਂ 'ਚ ਜਿੰਨੇ ਹਸਪੀਟਲ ਹੈਗੇ ਨੇ, ਉਹਦੇ 100 ਗੁਣਾ ਹਸਪੀਟਲ ਵੀ ਬਿਮਾਰਾਂ ਦਾ ਇਲਾਜ ਨਹੀਂ ਕਰ ਸਕਣਗੇ ਕੈਂਸਰ ਦਾ, ਕਿਉਂਕਿ ਇਹ ਜਿਹੜਾ ਕਾਸਟਿਕ ਸੋਡਾ ਕਾਰਸੀਓਜੈਨਿਕ। ਮੈਂ ਉਹੀ ਤਾਂ ਮੇਰਾ ਸਵਾਲ ਸੀਗਾ ਫਿਰ
ਕਿਵੇਂ ਲੋਕੀ ਇਸ ਤੋਂ ਬਚਾਅ ਕਰ ਸਕਣ ਕਿ ਆਪ ਜਾ ਕੇ ਚੁਆਵਾਂ ਦੁੱਧ ਜਿਹੜਾ ਹੈਗਾ ਉਹ ਲੈ ਕੇ ਆਇਆ ਕਰਨ ਤੇ ਉਸ ਤੋਂ ਬਾਅਦ ਘਰ ਦੇ ਵਿੱਚ ਹੀ ਉਸ ਦੀ ਪੈਸਚਰਾਈਜ਼ੇਸ਼ਨ ਜਿਹੜੀ ਹੈਗੀ ਆ ਉਹ ਕਰਨ, ਜਾਂ ਫਿਰ ਬਾਹਰ ਤੋਂ ਜਿਹੜਾ ਦੁੱਧ ਆ ਰਿਹਾ ਉਸ ਦੇ ਉੱਤੇ ਵੀ ਵਿਸ਼ਵਾਸ ਕੀਤਾ ਜਾ ਸਕਦਾ? ਜਿਹੜੇ ਪੈਕੇਟਸ ਵਾਲੇ ਦੁੱਧ ਹੁੰਦੇ ਨੇ, ਜਿਹੜੇ ਅਸੀਂ ਕਹਿ ਦਿੰਦੇ ਆ ਕਿ ਆਹ ਹਰਾ ਹੈਗਾ, ਇਹ ਲਾਲ ਹੈਗਾ, ਇਹ ਪੀਲਾ ਹੈਗਾ, ਇਹਨਾਂ ਦੇ ਉੱਤੇ ਵੀ ਭਰੋਸਾ ਕੀਤਾ ਜਾ ਸਕਦਾ ਹੈ? ਹਾਂਜੀ, ਇਹਦਾ ਜਿਹੜਾ ਤੁਸੀਂ ਬੜੇ ਅਪਰੋਪਰੀਏਟ ਸਵਾਲ ਕਰਦੇ ਹੋ, ਮੈਂ ਆਈ ਐਪਰੀਸ਼ੀਏਟ, ਲੇਕਿਨ ਮੈਂ ਉਹਦੇ ਤੁਹਾਨੂੰ ਇਹ ਜਵਾਬ ਦਊਂਗਾ ਇਹਦਾ ਵੀ ਜਿਹੜਾ ਸਭ ਤੋਂ ਸਿਆਣਾ ਬੰਦਾ ਹੈ ਉਹ ਦੂਜੇ ਦੀ ਗਲਤੀ ਤੋਂ ਸਿੱਖਦਾ, ਜਿਹੜਾ ਉਸ ਤੋਂ ਘੱਟ ਸਿਆਣਾ ਹੈ ਉਹ ਆਪਣੀ ਗਲਤੀ ਤੋਂ ਸਿੱਖਦਾ। ਜਿਹੜਾ ਤੀਜੀ ਕੈਟੇਗਰੀ 'ਚ ਬੰਦਾ ਹੈ ਉਹਦਾ ਤਾਂ ਨਾਂ ਵੀ ਨਾ ਲਓ ਵੀ ਉਹਨੇ ਨਾ ਆਪਣੀ ਗਲਤੀ ਤੋਂ ਸਿੱਖਣਾ ਨਾ ਦੂਜੇ ਤੋਂ, ਉਹਨੇ ਮੂਰਖ ਬਣ ਕੇ ਉਹਨੇ ਗਲਤ ਚੀਜ਼ ਹੀ ਖਾਣੀ ਪੀਣੀ ਹੈ, ਉਹ ਫਿਰ ਇੱਦਾਂ ਦਾ ਹੀ, ਉਹਦਾ ਤਾਂ ਕੋਈ ਇਲਾਜ ਨਹੀਂ। ਹੁਣ ਤੁਸੀਂ ਮੈਨੂੰ ਦੇਖ ਲਓ ਵੀ ਮੈਂ ਜੇ ਆਪ ਪਰਸਨਲੀ ਜਾਵਾਂ ਮੁੱਲਾਂਪੁਰ, ਉਹ ਆਪਣੇ ਸਾਹਮਣੇ ਉਹ ਸਵੇਰੇ ਕਾਰ 'ਤੇ ਜਾਵਾਂ, ਡੱਬਾ ਲੈ ਕੇ ਜਾਵਾਂ ਤੇ ਆਉਣ ਜਾਣ ਦਾ ਮੇਰਾ ਕਿੰਨਾ ਪੈਟਰੋਲ ਖਰਚ ਹੋਊਗਾ, ਤੇ ਮੈਂ ਉੱਥੋਂ 2-3 ਕਿਲੋ ਦੁੱਧ ਲੈ ਕੇ ਆਵਾਂ। ਅਸੀਂ ਹੁਣ ਮੈਂ ਤੇ ਮੇਰੀ ਵਾਈਫ ਦੋਨੋਂ ਇੱਥੇ ਰਹਿੰਦੇ ਹਾਂ, ਅਸੀਂ 2-3 ਕਿਲੋ ਦੁੱਧ ਲੈਣਾ, ਤੇ ਜੇ ਮੈਂ ਉਹਦੇ 'ਤੇ ਇੰਨਾ ਖਰਚਾ ਕਰੂੰਗਾ ਤੇ ਮੈਨੂੰ ਕਿੱਥੋਂ ਵਾਰਾ ਖਾਊਗਾ? ਹੁਣ ਮੈਂ ਉਸ ਬੰਦੇ ਨਾਲ ਵਿਸ਼ਵਾਸ ਕਰ ਲਿਆ ਵੀ ਉਹਨੂੰ ਮੈਂ ਸਾਹਮਣੇ 5 ਟੈਸਟ ਕਰਕੇ ਦਿਖਾਤੇ ਵੀ ਮੈਂ ਤੈਨੂੰ ਐਡਵਾਂਸ ਪੇਮੈਂਟ ਕੋਈ ਨਹੀਂ ਕਰਨੀ, ਤੈਨੂੰ ਮੈਂ ਪਹਿਲੀ ਤਰੀਕ ਦੀ 2 ਤਰੀਕ ਨਹੀਂ ਹੋਣ ਦੇਣੀ, ਤੂੰ ਮੇਰੇ ਕੋਲ ਪਹਿਲੀ ਤਰੀਕ ਨੂੰ ਜਿੰਨਾ ਦੁੱਧ ਤੂੰ ਮੈਨੂੰ ਦਿੱਤਾ ਉਹਨੂੰ 65 ਨਾਲ ਜਰਬ ਦੇ ਲਈ ਤੇ ਮੇਰੇ ਕੋਲ ਪੈਸੇ ਲੈ ਜਾ। ਤੇ ਲੇਕਿਨ ਮੈਂ ਜੇ 29 ਦਿਨ ਮੈਂ ਬੋਲਿਆ ਨਹੀਂ, 30ਵੇਂ ਦਿਨ ਮੈਂ ਤੇਰਾ ਦੁੱਧ ਤੇਰੇ ਸਾਹਮਣੇ ਤੈਨੂੰ 5 ਟੈਸਟ ਕਰਕੇ ਦਿਖਾਤੇ, ਮੈਂ ਸਾਬਤ ਕਰਤਾ ਵੀ ਤੂੰ ਇਹਦੇ 'ਚ ਪਾਣੀ ਪਾਇਆ ਜਾਂ ਤੂੰ ਇਹਦੇ 'ਚ ਕੋਈ ਮਿਲਾਵਟ ਕੀਤੀ ਆ, ਤਾਂ ਫਿਰ ਤੂੰ ਦੱਸ ਵੀ ਮੈਂ ਤੈਨੂੰ ਕਿੰਨੇ ਪੈਸੇ ਦਊਂਗਾ, ਮੈਂ ਤੂੰ ਦੱਸ ਵੀ ਕਿੰਨੇ ਪੈਸੇ ਲਏਗਾ। ਤੇ ਕਹਿੰਦਾ ਜੀ ਫਿਰ ਸੋਚਾਂ 'ਚ ਪੈ ਗਿਆ। ਮੈਂ ਕਿਹਾ ਮੈਂ ਫਿਰ ਪੈਸਾ ਕੋਈ ਨਹੀਂ ਦੇਣਾ, ਤੇ ਤੈਨੂੰ ਕਿੰਨਾ ਨੁਕਸਾਨ ਹੋ ਗਿਆ? ਤੂੰ ਮੈਨੂੰ 3 ਕਿਲੋ ਦੁੱਧ ਦਿੱਤਾ 30 ਦਿਨ, ਉਹਨੂੰ 65 ਨਾਲ ਜਰਬ ਦਿੱਤੀ, ਤੇ ਉਹ ਸਾਰੇ ਪੈਸੇ ਤੇਰੇ ਜ਼ੀਰੋ ਹੋ ਗਏ, ਤੇ ਤੂੰ ਮੇਰੇ ਤੇ ਮੁਕੱਦਮਾ ਕਰੇਗਾ, ਮੈਂ ਤੇਰਾ ਚਲਾਨ ਕਰਕੇ ਤੈਨੂੰ ਲੱਖ ਰੁਪਏ 'ਚ, ਹੁਣ ਤਾਂ ਜਿਹੜਾ ਆਪਣਾ ਕਾਨੂੰਨ ਬਣ ਗਿਆ ਉਹਦੇ 'ਚ ਫਾਂਸੀ ਦੇ, ਚਾਈਨਾ ਵਾਲੇ ਤਾਂ ਫਾਂਸੀ ਦਿੰਦੇ ਵੀ ਉਹਨਾਂ ਨੇ ਇੱਕ ਬੰਦੇ ਨੇ ਮਿਲਾਵਟ ਕੀਤੀ ਸੀ ਉਹਨੇ ਫਾਂਸੀ ਦੇਤੀ। ਇੱਥੇ ਜਿਹੜਾ ਹੈ ਇੱਥੇ ਕੋਈ ਬੰਦਾ ਪੁੱਛਦਾ ਨਹੀਂ, ਜੇ ਕੋਈ ਪੁੱਛਦਾ ਤਾਂ ਪੁੱਛ ਕੇ ਛੱਡ ਦਿੰਦਾ, ਤੇ ਉਸ ਕਰਕੇ ਮੈਂ ਤਾਂ ਨਹੀਂ ਕਿਤੇ ਉਲਝਣ 'ਚ ਪੈਣਾ, ਮੈਂ ਤਾਂ ਤੈਨੂੰ ਸਾਬਤ ਕਰਕੇ ਮੈਂ ਤੇਰੇ ਪੈਸੇ ਨਹੀਂ ਦੇਣੇ। ਤੂੰ ਜਦੋਂ ਮੈਂ ਤੇਰਾ ਸੈਂਪਲ ਰੱਖਿਆ ਹੋਊਗਾ, ਜੇ ਤੂੰ ਮੇਰੇ ਤੇ ਮੁਕੱਦਮਾ ਕਰੇਗਾ ਤੂੰ ਜੇਲ੍ਹ ਜਾਏਗਾ, ਮੈਂ ਤਾਂ ਫਿਰ ਨਹੀਂ, ਮੈਨੂੰ ਤਾਂ ਕੋਈ ਨੁਕਸਾਨ ਨਹੀਂ। ਹੁਣ ਤੁਸੀਂ ਦੱਸੋ ਵੀ ਇਹ ਕਰਨ ਦੇ ਵਿੱਚ ਜਸਵੰਤ ਸਿੰਘ ਚਾਹੀਦਾ ਹੈ ਜਾਂ ਕੋਈ ਬਲਵੰਤ ਸਿੰਘ ਚਾਹੀਦਾ ਹੈ, ਕੋਈ ਸਤਵੰਤ ਸਿੰਘ ਚਾਹੀਦਾ? ਇਹ ਸਾਰੀਆਂ ਚੀਜ਼ਾਂ ਕੋਈ ਵੀ ਇਨਸਾਨ ਕਰ ਸਕਦਾ, ਲੇਕਿਨ ਕਿਉਂਕਿ ਤੁਸੀਂ ਕਿਸਾਨ ਅੰਦੋਲਨ 'ਤੇ ਆਪਾਂ ਗੱਲ ਕਰ ਰਹੇ ਸੀ, ਮੈਂ ਉਸੇ ਚੀਜ਼ 'ਤੇ ਵਾਪਸ ਆਉਣਾ ਵੀ ਅਗਰ ਅੱਜ ਇਹ ਸਰਕਾਰ ਚਾਹੇ ਉਹ ਕਿਸੇ ਦੀ ਵੀ ਹੋਵੇ, ਉਹਦੇ ਜਿਹੜਾ ਚੀਫ ਮਿਨਿਸਟਰ ਅਗਰ ਉਹ ਕਹਿ ਦੇ ਵੀ ਨਾ ਮੈਂ ਬੇਈਮਾਨੀ ਕਰਨੀ ਹੈ ਨਾ ਮੈਂ ਕਰਨ ਦੇਣੀ ਹੈ, ਨਾ ਮੈਂ ਮਿਲਾਵਟੀ ਚੀਜ਼, ਨਾ ਮੈਂ ਮਿਲਾਵਟੀ ਦੁੱਧ ਖੁਦ ਪੀਣਾ, ਨਾ ਮੈਂ ਕਿਸੇ ਨੂੰ ਆਪਣੇ ਪੰਜਾਬ 'ਚ ਪੀਣ ਦੇਣਾ, ਤੇ ਜੇ ਉਹ ਇੰਨਾ ਕਹਿ ਦੇਵੇ ਤਾਂ ਬਾਕੀ ਕੰਮ ਤਾਂ ਸਾਡਾ ਮਿਸ਼ਨ ਮੁਫਤ 'ਚ ਕਰ ਦੇ। ਮੈਂ ਆਪਣੇ ਵੱਲੋਂ ਇੰਟਰਨੈਸ਼ਨਲ ਮਿਸ਼ਨ ਦਾ ਮਿਸ਼ਨ ਡਾਇਰੈਕਟਰ ਹੁੰਦੇ ਹੋਏ ਮੈਂ ਬਿਨਾਂ ਕੋਈ ਪੈਸਾ ਲਏ ਸਰਕਾਰ ਤੋਂ ਜਾਂ ਕਿਸੇ ਤੋਂ, ਮੈਂ ਇਹਨਾਂ ਦੇ ਜਿਹੜਾ ਮਿਲਕ ਫੈਡ ਦੇ ਮਿਲਕ ਪਲਾਂਟ ਨੇ ਉਹਨਾਂ ਦਾ ਇੱਕ ਪਲਾਂਟ ਮੇਰੇ ਅੰਡਰ ਕਰ ਦੇਣ, ਔਰ ਉੱਥੇ ਇਮਾਨਦਾਰ ਬੰਦਾ ਜਿਹੜਾ ਕਹਿੰਦਾ ਵੀ ਮੈਨੂੰ ਇਹਦੀ ਨੌਲੇਜ ਹੈਗੀ ਹੈ, ਮੈਂ ਲੁਧਿਆਣੇ ਦਾ ਜੰਪਲ ਹਾਂ, ਮੈਂ ਲੁਧਿਆਣੇ ਲਈ ਪੇਸ਼ਕਸ਼ ਕਰਦਾ ਚੀਫ ਮਿਨਿਸਟਰ ਪੰਜਾਬ ਨੂੰ, ਹਿੰਦੁਸਤਾਨ ਦੇ ਪ੍ਰਾਈਮ ਮਿਨਿਸਟਰ ਨੂੰ, ਕਿ ਤੁਸੀਂ ਲੁਧਿਆਣੇ ਦਾ ਜਿਹੜਾ ਪਲਾਂਟ ਆ ਉਹ ਮੈਨੂੰ 1 ਸਾਲ ਲਈ ਦੇ ਦਿਓ, ਮੈਂ 1 ਸਾਲ 'ਚ ਲੁਧਿਆਣੇ ਦੇ ਜਿੰਨੇ ਮਿਲਕ ਪ੍ਰੋਡਿਊਸਰ ਨੇ ਉਹਨਾਂ ਦੀ ਆਮਦਨ ਦੁੱਗਣੀ ਕਰ ਦੂੰਗਾ ਔਰ ਟੈਕਨੀਕਲੀ ਕਰ ਦੂੰਗਾ, ਔਰ ਉਹਦੇ ਲਈ ਇੱਕ ਪੈਸਾ ਵੀ ਨਹੀਂ ਲਊਂਗਾ। ਨਾ ਮੈਨੂੰ ਕੋਈ ਗੱਡੀ ਚਾਹੀਦੀ ਹੈ, ਨਾ ਮੈਨੂੰ ਕੋਈ ਅਹੁਦਾ ਚਾਹੀਦਾ, ਨਾ ਮੈਨੂੰ ਕੋਈ PA ਚਾਹੀਦਾ, ਨਾ ਮੈਨੂੰ ਸਿਕਿਉਰਿਟੀ ਗਾਰਡ ਚਾਹੀਦਾ, ਸਿਰਫ ਉੱਥੇ ਇੱਕ ਇਮਾਨਦਾਰ ਬੰਦਾ, ਉਹ ਵੀ ਮੈਂ ਨਹੀਂ ਲੱਭਣਾ, ਉਹ ਜਿੰਨੇ ਉੱਥੇ ਜਨਰਲ ਮੈਨੇਜਰ ਕੰਮ ਕਰਦੇ ਨੇ 20 ਸਾਲਾਂ ਤੋਂ, ਉਹਨਾਂ 'ਚੋਂ ਇੱਕ ਬੰਦਾ ਮੈਨੂੰ ਕਹਿ ਦੇ ਕਿ ਜੀ ਮੈਂ ਰੱਬ ਦੀ ਸਹੁੰ ਖਾ ਕੇ ਨਾ ਮੈਂ ਨਾ ਮੈਂ ਪਾਣੀ ਵਾਲਾ ਦੁੱਧ ਖਰੀਦੂੰਗਾ, ਨਾ ਮੈਂ ਪਾਣੀ ਵਾਲਾ ਦੁੱਧ ਖਰੀਦਣ ਦਊਂਗਾ। ਅਗਰ ਉਹ ਬੰਦਾ ਲੱਭ, ਉਹਨਾਂ ਕੋਲ ਹੈਗੇ ਵੀ ਨਹੀਂ, ਜੇ ਉਹਨਾਂ ਨੂੰ ਨਾ ਲੱਭਿਆ ਤਾਂ ਮੈਂ ਉਹਨਾਂ ਦੇ ਜਨਰਲ ਮੈਨੇਜਰ ਲੱਭ ਦਿੰਦਾ ਤੇ ਉਸ ਨੂੰ ਉੱਥੇ ਲਾ ਦੇਣ, ਉਹ ਮੇਰੀ ਸਹੀ ਗੱਲ ਮੰਨ ਲਵੇ। ਜੇ ਮੈਂ ਉਹਨੂੰ ਕੋਈ ਗਲਤ ਗੱਲ ਕਹਾਂ ਤਾਂ ਉਹ ਕਹਿ ਦੇ ਕਿ ਜਸਵੰਤ ਸਿੰਘ ਗਲਤ ਕਹਿੰਦਾ, ਇਹ ਨਹੀਂ ਮੈਂ ਮੰਨਣੀ, ਮੈਂ ਜੋ ਕੁਝ ਕਹੂੰਗਾ ਉਹ ਲਿਖ ਕੇ ਦਊਂਗਾ ਵੀ ਇੱਦਾਂ ਕਰ, ਤੇ ਜੇ ਉਹਨੇ ਉਹ ਕਰ ਲਿਆ, ਜੇ ਦੁੱਗਣੀ ਆਮਦਨ ਲੁਧਿਆਣੇ ਦੇ ਜ਼ਿਲ੍ਹੇ ਦੇ ਸਾਰੇ ਪ੍ਰੋਡਿਊਸਰ ਦੀ ਨਾ ਹੋਈ ਤਾਂ ਜਸਵੰਤ ਸਿੰਘ ਨੂੰ, ਉਹਨਾਂ ਨੇ ਇੱਕ ਬੰਦੇ ਨੂੰ ਫਾਂਸੀ ਲਾਈ ਸੀ, ਜਸਵੰਤ ਸਿੰਘ ਤਿਆਰ ਆ। ਇੱਕ ਲੁਧਿਆਣੇ ਦਾ ਨੂੰ ਵੇਰਕਾ ਗੋਲਡ ਬਣਾ ਦੇਣਾ ਔਰ ਉਹਦਾ ਸਾਰਾ ਮਾਲ ਕੈਨੇਡਾ ਵਾਲੇ ਖਰੀਦ ਲੈਣਗੇ, NRI ਖਰੀਦ ਲੈਣਗੇ,
ਸਾਰਾ ਉਹਨਾਂ ਦਾ ਜਿੰਨੀ ਪ੍ਰੋਡਕਟ ਲੁਧਿਆਣੇ 'ਚ ਬਣੇਗੀ ਉਹ ਸਾਰੀ ਐਕਸਪੋਰਟ ਕਰ ਦੂੰ ਮੈਂ ਉੱਥੇ ਇਨੋਵੇਸ਼ਨ ਮਿਨਿਸਟਰ ਨੂੰ ਚਿੱਠੀ ਲਿਖੀ ਆ ਵੀ ਅਸੀਂ ਪੈਸਚਰਾਈਜ਼ਰ ਬਣਾਤਾ ਇੱਦਾਂ ਦਾ ਨਵਦੀਪ ਬੈਂਸ ਜਿਹੜਾ ਆਪਣੇ ਪੰਜਾਬੀ ਆ ਉਹ ਜੀ ਮੈਂ ਹੁਣ ਜਾ ਕੇ ਉਹਨੂੰ ਮਿਲਣਾ ਤਾਂ ਉਹਨੂੰ ਮੈਂ ਦੱਸਣਾ ਵੀ ਉਹ ਪੈਸਚਰਾਈਜ਼ਰ ਅਸੀਂ ਕੈਨੇਡਾ 'ਚ ਡਿਜ਼ਾਈਨ ਕੀਤਾ ਤੇ ਉਹ ਬਣਾ ਦਿੰਦੇ ਆ ਤੇ ਲੁਧਿਆਣੇ ਜ਼ਿਲ੍ਹੇ ਦੇ ਸਾਰੇ ਫਾਰਮਰ ਦੀ 1 ਸਾਲ 'ਚ ਜੇ ਦੁੱਗਣੀ ਨਾ ਹੋਈ ਤਾਂ ਜਸਵੰਤ ਸਿੰਘ ਨੇ ਤਾਂ ਵੈਸੇ ਵੀ ਜਾਣਾ ਹੀ ਹੈ। ਕਿੰਨਾ ਚਿਰ ਹੁਣ ਆਪਾਂ 75 ਸਾਲ ਦੇ ਹੋ ਗਏ, ਹੋਰ 5-10 ਸਾਲ ਕੱਢ ਦਾਂਗੇ ਤੇ ਜੇ ਨਾ 1 ਸਾਲ 'ਚ ਦੁੱਗਣੀ ਕਰ ਸਕਿਆ ਲੁਧਿਆਣੇ ਦੀ ਫਿਰ ਜੋ ਮਰਜ਼ੀ ਕਰ ਲਓ। ਪਰ ਮੈਂ ਅਖੀਰ ਤੇ ਬੇਨਤੀ ਕਰੂੰਗਾ ਹੱਥ ਜੋੜ ਕੇ, ਪਹਿਲੀ ਬੇਨਤੀ ਪ੍ਰਾਈਮ ਮਿਨਿਸਟਰ ਆਫ ਇੰਡੀਆ ਮੋਦੀ ਜੀ ਨੂੰ, ਦੂਜੀ ਬੇਨਤੀ ਹੱਥ ਜੋੜ ਕੇ ਅਮਰ ਸ਼ਾਹ ਨੂੰ, ਤੀਜੀ ਬੇਨਤੀ ਚੀਫ ਮਿਨਿਸਟਰ ਪੰਜਾਬ ਨੂੰ, ਚੌਥੀ ਬੇਨਤੀ ਸਾਰੇ ਚੀਫ ਮਿਨਿਸਟਰ ਹਿੰਦੁਸਤਾਨ ਦੇ ਬਈ ਰੱਬ ਦਾ ਖੌਫ ਖਾਓ। ਰੱਬ ਤੁਹਾਨੂੰ ਮਾਫ ਨਹੀਂ ਕਰੇਗਾ ਅਗਰ ਤੁਸੀਂ ਸਾਡੇ ਬਜ਼ੁਰਗਾਂ ਨੂੰ ਤਾਂ ਰੋਲੋਗੇ, ਤੁਸੀਂ ਪੈਸੇ ਕਮਾ ਲਓਗੇ, ਤੁਸੀਂ 100 ਸਾਲ ਜੀ ਲਓਗੇ, ਲੇਕਿਨ ਤੁਹਾਨੂੰ ਅਗਲਾ ਜਨਮ ਕੁੱਤੇ ਦੀ ਜੋਨੀ ਵੀ ਨਹੀਂ ਮਿਲੇਗੀ। ਆਈ ਐਮ ਰੀਅਲੀ ਵੈਰੀ ਸੌਰੀ। ਇਹ ਕੱਟ ਕਰ ਦਿਓ, ਜਦੋਂ ਮੈਂ ਮਰ ਜਾਊਂਗਾ ਉਦੋਂ ਦਿਖਾ ਦਿਓ। ਨਹੀਂ ਤੁਸੀਂ ਲੰਬੀ ਉਮਰ ਹੰਡਾਓ, ਤੁਸੀਂ ਸੇਵਾ ਕਰ ਰਹੇ ਹੈਗੇ ਹੋ ਜਸਵੰਤ ਜੀ। ਸਵਾਲ ਮੇਰਾ ਇਹ ਸੀਗਾ ਕਿ ਚਲੋ ਵਾਪਸ ਫਿਰ ਉਹੀ ਆਪਾਂ ਗੱਲ ਤੋਂ ਆਉਂਦੇ ਹਾਂ, ਕਿਉਂਕਿ ਲੋਕਾਂ ਦੀ ਅਸੀਂ ਗੱਲ ਕਰ ਰਹੇ ਹਾਂ, ਲੋਕਾਂ ਦਾ ਫਾਇਦਾ ਜਿਸ ਤਰੀਕੇ ਨਾਲ ਹੋ ਜਾਵੇ ਉਹਦੀ ਅਸੀਂ ਵੱਧ ਤੋਂ ਵੱਧ ਚਰਚਾ ਜਿਹੜੀ ਹੈਗੀ ਕਰਾਂਗੇ। ਗੋਲਡ ਦਾ ਤੁਸੀਂ ਜ਼ਿਕਰ ਕੀਤਾ ਹੈ ਨਾ, ਗੋਲਡ ਕੀ ਵਾਕਈ ਗੋਲਡ ਹੁੰਦਾ ਹੈਗਾ? ਮੈਂ ਜਿਵੇਂ ਉਹ ਸਵਾਲ ਪੁੱਛਿਆ ਸੀ, ਰੰਗ ਦੇ ਵਿੱਚ ਡਿਵਾਈਡ ਕਰ ਦਿੱਤਾ ਜਾਂਦਾ ਹੈਗਾ, ਲਾਲ, ਪੀਲਾ, ਹਰਾ ਗੋਲਡ, ਕੀ ਬਾਕੀ ਇਹ ਹੁੰਦਾ ਹੈ? ਲੋਕਾਂ ਨੂੰ ਜਿਹੜੇ ਪੈਕੇਟ ਦੇ ਵਿੱਚ ਦੁੱਧ ਮਿਲਦੇ ਨੇ ਕਿੰਨੇ ਕੁ ਸਹੀ ਹੁੰਦੇ ਨੇ? ਪੈਕੇਟ ਵਾਲੇ ਦੁੱਧ ਕਿੰਨੇ ਕੁ ਲਾਹੇਵੰਦ ਹੁੰਦੇ ਨੇ? ਗੁਰਪ੍ਰੀਤ ਜੀ, ਜਦੋਂ ਮੈਂ ਕਰਨਾਲ ਪੜ੍ਹਿਆ, ਮੈਂ 1965 ਦੇ ਵਿੱਚ ਡੇਅਰੀ ਇੰਜੀਨੀਅਰ ਦਾ ਕੋਰਸ ਕੀਤਾ ਆਲ ਇੰਡੀਆ ਲੈਵਲ ਤੇ, ਮੈਂ ਉਹਦੇ 'ਚੋਂ ਫਸਟ ਆਇਆ। ਉਦੋਂ ਜਿਹੜੀ ਪੜ੍ਹਾਈ ਸਾਨੂੰ ਕਰਾਈ ਗਈ ਉਹ ਇਹ ਸੀ ਵੀ ਆਪਾਂ ਦੁੱਧ ਤੋਂ ਉਹਦੇ 3-4 ਵੈਰਾਈਟੀ ਦਈਏ, ਵੀ ਜਿਹੜਾ ਬੱਚਾ ਹੈ ਉਹਨੂੰ ਜ਼ਿਆਦਾ ਫੈਟ ਵਾਲਾ ਦੁੱਧ ਨਹੀਂ ਚਾਹੀਦਾ, ਬਜ਼ੁਰਗ ਨੂੰ ਨਹੀਂ ਚਾਹੀਦਾ, ਤੇ ਇਸ ਕਰਕੇ ਉਹਨਾਂ ਨੇ ਇਹ ਬਣਾ ਲਏ। ਲੇਕਿਨ ਹੁਣ ਅਮਰੀਕਾ ਦੇ ਵਿੱਚ ਰਿਸਰਚ ਹੋਈ ਆ ਵੀ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਆਪਾਂ ਹੋਲ ਮਿਲਕ ਅਗਰ ਆਪਾਂ ਪੀਂਦੇ ਆ, ਚਾਹੇ ਉਹ ਮੱਝ ਦਾ ਪੀਂਦੇ ਆ ਜਾਂ ਗਾਂ ਦਾ ਪੀਂਦੇ ਆ, ਉਹ ਈਜ਼ੀਲੀ ਡਾਈਜੈਸਟ ਹੋ ਜਾਂਦਾ, ਉਹ ਨੁਕਸਾਨ ਨਹੀਂ ਕਰਦਾ। ਲੇਕਿਨ ਜਦੋਂ ਉਹਨੂੰ ਅਸੀਂ ਫੈਟ ਸਾਰੀ ਕੱਢ ਲੈਂਦੇ ਆ ਤਾਂ ਉਹਦੀ ਜਿਹੜੀ ਰੇਸ਼ੋ ਬਦਲ ਜਾਂਦੀ ਹੈ। ਰੇਸ਼ੋ ਬਦਲਣ ਨਾਲ ਉਹ ਫਾਇਦਾ ਪਹੁੰਚਾਉਣ ਦੀ ਬਜਾਏ ਨੁਕਸਾਨ ਕਰਦਾ। ਤੇ ਮੈਂ ਤੁਹਾਨੂੰ ਇਹਦੀ ਇੱਕ ਸਾਇੰਟੀਫਿਕ ਐਗਜ਼ਾਮਪਲ ਦੇ ਦਿੰਦਾ। ਤੁਸੀਂ ਸਾਇੰਸ ਪੜ੍ਹੀ ਹੈ? ਨਹੀਂ, ਕਮਰਸ। ਅੱਛਾ, ਉਹ ਸਾਇੰਸ ਦੇ ਵਿੱਚ ਆਪਾਂ ਇਹ ਕਹਿੰਦੇ, ਇਹਨਾਂ ਤਾਂ ਹਰ ਇੱਕ ਨੂੰ ਪਤਾ ਵੀ ਪਾਣੀ ਜਿਹੜਾ ਉਹ 2 ਐਟਮ ਹਾਈਡਰੋਜਨ, 1 ਐਟਮ ਆਕਸੀਜਨ। ਅਗਰ ਮੈਂ ਉਹਦੇ 'ਚ 1 ਐਟਮ ਆਕਸੀਜਨ ਦਾ ਐਡ ਕਰ ਦਿੰਦਾ ਤਾਂ ਉਹ ਕਿਸੇ ਕੈਮਿਸਟਰੀ ਵਾਲੇ ਬੰਦੇ ਜਿਹਨੇ ਸਾਇੰਸ ਪੜ੍ਹੀ ਉਹ ਦੱਸ ਦੂਗਾ ਵੀ ਉਹ ਬਣ ਜਾਂਦਾ ਹਾਈਡਰੋਜਨ ਪਰਆਕਸਾਈਡ। ਤੇ ਹਾਈਡਰੋਜਨ ਪਰਆਕਸਾਈਡ ਦੇ ਵਿੱਚ ਆਪਾਂ ਜੇ ਕਹੀਏ ਵੀ ਅਸੀਂ ਪਾਣੀ ਦੇ ਵਿੱਚ ਆਕਸੀਜਨ ਪਾਈ ਹੈ, ਆਕਸੀਜਨ ਤਾਂ ਮਾੜੀ ਚੀਜ਼ ਨਹੀਂ, ਪਰ ਜਦੋਂ ਉਹ H2O2 ਹਾਈਡਰੋਜਨ ਪਰਆਕਸਾਈਡ ਬਣ ਗਈ ਤਾਂ ਉਹ ਪ੍ਰਜ਼ਰਵੇਟਿਵ ਬਣ ਗਿਆ। ਉਹ ਤੁਸੀਂ ਦੁੱਧ 'ਚ ਪਾਓ, ਦੁੱਧ ਦਾ ਟੇਸਟ ਬੇਕਾਰ ਹੋ ਜਾਂਦਾ। ਉਹ ਜਦੋਂ NDDB ਦਾ ਇੱਕ ਡਾਇਰੈਕਟਰ ਸੀਗਾ, NDDB ਦਾ, ਉਹਨੇ ਰਿਸਰਚ ਕੀਤੀ ਸੀ, ਉਹਨੇ ਆ ਬਣਾਇਆ ਵੀ ਆਪਾਂ ਦੁੱਧ ਪਿੰਡਾਂ 'ਚੋਂ ਚੱਲਦਾ ਤੇ ਉਹ ਰਸਤੇ 'ਚ ਖਰਾਬ ਹੋ ਜਾਂਦਾ, ਤਾਂ ਉਹਦੇ ਲਈ ਆਪਾਂ ਕਾਸਟਿਕ ਨਹੀਂ ਪਾਉਣਾ, ਆਪਾਂ ਉਹਦੇ ਲਈ ਹਾਈਡਰੋਜਨ ਪਰਆਕਸਾਈਡ ਪਾ ਦਈਏ, ਉਹਦੇ ਨਾਲ ਉਹਦੀ ਸ਼ੈਲਫ ਲਾਈਫ ਵੱਧ ਜੂਗੀ। ਤੇ ਉਹ ਉਹਨਾਂ ਨੇ ਬੈਨ ਕਰਤਾ ਵੀ ਨਹੀਂ, ਇਹਦੇ ਨਾਲ ਉਹਦਾ ਦੁੱਧ ਦਾ ਟੇਸਟ ਵਿਗੜ ਜੂਗਾ, ਅਸੀਂ ਨਹੀਂ ਕਰਨਾ। ਤੇ ਉਹ ਚੰਗਾ ਕੀਤਾ। ਫਿਰ ਤੁਹਾਨੂੰ ਮੈਂ ਇੱਕ ਹੋਰ ਐਗਜ਼ਾਮਪਲ ਦਿੰਦਾ ਅਮਰੀਕਾ ਦੀ। ਅਮਰੀਕਾ ਦੇ ਵਿੱਚ ਉਹਨਾਂ ਨੇ BGH ਬੋਵਾਈਨ ਗਰੋਥ ਹਾਰਮੋਨ ਉੱਥੇ ਅਲਾਉਡ ਕਰਤਾ ਵੀ ਉਹਦੇ ਨਾਲ 10% ਗਾਈਆਂ ਦਾ ਦੁੱਧ ਵੱਧ ਗਿਆ। ਲੇਕਿਨ ਹੁਣ ਉਹ 2 ਸਾਲ ਪਹਿਲਾਂ ਉਹਨਾਂ ਨੂੰ ਬੈਨ ਕਰਨਾ ਪਿਆ ਕਿਉਂਕਿ ਉਹਨਾਂ ਨੇ ਬਿਨਾਂ ਰਿਸਰਚ ਕੀਤੇ ਉਹ ਲਾਗੂ ਕਰਤਾ। ਉਹਦੇ ਨਾਲ ਕੋਲਨ ਕੈਂਸਰ ਹੋਣਾ ਸ਼ੁਰੂ ਹੋ ਗਿਆ। ਤੇ ਫਿਰ ਤੁਸੀਂ ਇੱਕ ਅੱਗੇ ਗੱਲ ਸੁਣੀ ਹੋਣੀ ਮੈਡ ਕਾਓ ਡਿਸੀਜ਼ ਜੀ, ਜਿਹੜੀ ਮੈਡ ਕਾਓ ਡਿਸੀਜ਼ ਹੋਈ ਉਹਦੇ 'ਚ ਉਹਨਾਂ ਨੇ ਬਲੇਮ ਕਰਤਾ ਵੀ ਬਿਮਾਰੀ ਇੰਡੀਆ ਤੋਂ ਆਈ ਹੈ। ਉਹ ਇੰਡੀਆ ਤੋਂ ਨਹੀਂ ਸੀ ਆਈ, ਉਹਨਾਂ ਦੀ ਆਪਣੀ ਕਾਢ ਸੀਗੀ। ਉਹਨਾਂ ਨੇ ਕੀ ਕੀਤਾ ਵੀ ਜਦੋਂ ਗਾਂ ਤਾਂ ਰੱਬ ਨੇ ਬਣਾਈ ਸੀ 5-10 ਲੀਟਰ ਦੁੱਧ ਦੇਣ ਲਈ, ਉਹਨਾਂ ਨੇ ਨਸਲ ਕਸ਼ੀ ਕਰਕੇ 104 ਲੀਟਰ ਤੱਕ ਲੈ ਗਏ। ਜਿਹੜੀ ਕਿਊਬਾ ਦੇ ਵਿੱਚ HF ਗਾਂ ਹੋਈ ਉਹਨੇ 104 ਲੀਟਰ ਦੁੱਧ ਦਿੱਤਾ, ਆਪਣੇ ਹੁਣ 50 ਲੀਟਰ ਦੀਆਂ ਹੈਗੀਆਂ ਨੇ। ਹੁਣ ਜਦੋਂ ਗਾਂ ਦਾ ਪੂਰਾ ਜ਼ੋਰ ਦੁੱਧ ਪੈਦਾ ਕਰਨ 'ਤੇ ਲਾਤਾ, ਉਹਦੀ ਬਿਮਾਰੀ ਨਾਲ ਲੜਨ ਦੀ ਸ਼ਕਤੀ ਘਟ ਗਈ, ਉਹ ਬਿਮਾਰੀ ਨਾਲ ਮਰਨ ਲੱਗ ਗਈ। ਫਿਰ ਉਹ ਸਾਇੰਟਿਸਟਾਂ ਨੇ ਉਹਦੇ ਬਣਾਤੇ ਵੀ ਕਿਹੜੀਆਂ ਬਿਮਾਰੀਆਂ ਹੋਣਗੀਆਂ ਉਹਦੇ ਟੀਕੇ ਲਾ ਦਿਓ। ਹੁਣ ਉਹ ਜਿਹੜਾ ਉੱਥੇ ਕੈਨੇਡਾ 'ਚ ਜਿਹੜੇ ਠੰਡੇ ਮੁਲਕ ਨੇ ਉੱਥੇ 3 ਮਹੀਨੇ ਕੁਛ ਪੈਦਾ ਨਹੀਂ ਹੁੰਦਾ, ਤੇ ਉਹਨਾਂ ਨੇ ਜਿਹੜਾ ਚਾਰਾ ਪੈਦਾ ਕਰਨਾ ਔਰ ਫਸਲ ਪੈਦਾ ਕਰਨੀ ਹੈ ਉਹ 4-6 ਮਹੀਨੇ ਗਰਮੀਆਂ 'ਚ ਕਰਨੀ ਹੈ। ਉਹ ਫਿਰ ਜਿਹੜਾ ਉਹਦੇ 'ਚ ਫਰਟੀਲਾਈਜ਼ਰ ਲਾਉਣੇ ਪੈਣਗੇ, ਉਹਦੇ ਪੈਸਟੀਸਾਈਡ ਲਾਉਣੇ ਪੈਣਗੇ। ਤੇ ਜੇ ਹਾਈ ਟੈਕ ਦੁੱਧ ਜ਼ਿਆਦਾ ਦੁੱਧ ਵਾਲੇ ਜਾਨਵਰ ਰੱਖਣੇ ਆ ਤਾਂ ਉਹਨਾਂ ਦੇ
ਉਹ ਦੁੱਧ ਦੇ ਵਿੱਚ ਉਹਨਾਂ ਨੂੰ ਐਂਟੀਬਾਇਓਟਿਕ ਲਾਉਣੇ ਪੈਣਗੇ। ਹੁਣ ਜਦੋਂ ਦੁੱਧ ਦੇ ਵਿੱਚ ਕੈਮੀਕਲ ਆ ਗਏ, ਫਰਟੀਲਾਈਜ਼ਰ ਆ ਗਿਆ ਤੇ ਪੈਸਟੀਸਾਈਡ ਆ ਗਏ, ਐਂਟੀਬਾਇਓਟਿਕ ਆ ਗਏ, ਉਹ ਦੁੱਧ ਪੀਣ ਨਾਲ ਅੱਧਿਆਂ ਨੂੰ ਲੈਕਟੋਜ਼ ਇੰਟੋਲਰੈਂਸ ਹੋ ਗਈ। ਹੁਣ ਉੱਥੇ ਵੀ ਪੰਜਾਬੀ ਵੀ ਕਈ ਬੰਦੇ ਉੱਥੇ ਨੇ, ਉਹ ਦੁੱਧ ਨਹੀਂ ਪੀ ਸਕਦੇ, ਬਲੋਟਿੰਗ ਹੁੰਦੀ ਹੈ, ਤੇ ਉਹ ਕਹਿੰਦੇ ਵੀ ਜੋ ਦੁੱਧ ਪੀਣਾ ਤਾਂ ਲੈਕਟੇਟ ਦੀ ਗੋਲੀ ਖਾ ਲਓ। ਤੇ ਹੁਣ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ, ਅੱਜ ਹਿੰਦੁਸਤਾਨ ਜਿਹੜਾ ਹੈ ਉਹ ਵੀ ਆਰ ਇਨ ਏ ਵਿਨ ਪੋਜੀਸ਼ਨ ਕਿ ਅੱਜ ਅਗਰ ਅਸੀਂ ਆਪਣੇ ਦੁੱਧ ਨੂੰ, ਪੰਜਾਬ ਦੇ ਦੁੱਧ ਨੂੰ, ਹੁਣ ਮੈਂ ਥੋੜੀ ਲਾਸਟ ਗੱਲ ਤੇ ਆਉਣਾ, ਸਾਨੂੰ ਕਣਕ ਝੋਨੇ ਦੀ ਲੋੜ ਹੀ ਨਹੀਂ। ਅਸੀਂ ਆਪਣਾ ਜਿਹਦੇ ਕੋਲ 2-4 ਏਕੜ ਜ਼ਮੀਨ ਹੈ, ਉਸ ਦੇ ਵਿੱਚ ਜਿਵੇਂ ਮਲਕੀਤ ਸਿੰਘ ਜੀ ਨੇ, ਇਹਨਾਂ ਨੂੰ ਕੋਈ ਕਣਕ ਝੋਨਾ ਲਾਉਣ ਦੀ ਲੋੜ ਨਹੀਂ। ਇਹਨਾਂ ਨੇ ਇਕੱਲੇ ਦੁੱਧ ਚੋਂ, ਮੈਂ ਇਹਨਾਂ ਨੂੰ ਸਾਬਤ ਕਰੂੰਗਾ ਵੀ ਇਹ 100 ਰੁਪਇਆ 1 ਲੀਟਰ ਪਿੱਛੇ ਕਮਾਉਣਗੇ, ਲੇਕਿਨ ਉਹ 100 ਰੁਪਇਆ 1 ਲੀਟਰ ਦਾ ਕਿਵੇਂ ਕਮਾਉਣਗੇ? ਇਹ ਨਹੀਂ ਵੀ ਦੁੱਧ 100 ਰੁਪਏ ਕਰ ਦੇਣਗੇ ਨਾ, ਇਹ ਦੁੱਧ ਰੀਜ਼ਨੇਬਲ ਰੇਟ 'ਤੇ ਦੇਣਗੇ ਵੀ 70 ਰੁਪਏ ਮੱਝ ਦਾ ਦੁੱਧ ਦੇ ਦੇਣਗੇ, 50 ਰੁਪਏ ਗਾਂ ਦਾ ਦੇ ਦੇਣਗੇ। ਲੇਕਿਨ ਜਿਹੜੀ ਵੈਲਿਊ ਐਡੀਸ਼ਨ ਉਹ ਇਹ ਕਰਨਗੇ ਵੀ ਅਗਰ ਅਸੀਂ ਦੁੱਧ ਦਾ ਉਹਦੇ 'ਚੋਂ ਵੈਲਿਊ ਐਡਿਡ ਪ੍ਰੋਡਕਟਸ ਬਣਾਉਣੇ ਆ। ਮੈਂ ਇਹਨਾਂ ਨੂੰ ਸਿਖਾਤੀਆਂ ਸਾਰੀਆਂ ਵੀ ਆਪ ਜਪਾਨ ਦੀ ਕੰਪਨੀ ਜਿੱਥੇ ਦੁੱਧ ਨਹੀਂ ਪੈਦਾ ਹੁੰਦਾ, ਉਹ ਆਹ ਯੋਕੂਟ ਦਾ ਉਹ ਦਿੰਦੇ 10 ਬੋਤਲਾਂ, ਉਹ ਜਿਹੜੀਆਂ ਨੇ 10 ਮੈਂ ਲੈ ਕੇ ਆਇਆ, ਮੇਰੇ ਕੋਲ ਪਈ ਹੈ 70 ਰੁਪਏ ਦੀਆਂ ਨੇ, ਤੇ 350 ml ਦੁੱਧ ਉਹ 70 ਰੁਪਏ ਦੇ ਦੇ। ਮੈਂ ਉਹਦਾ ਜਾਰ ਬਣਾਉਣਾ, ਮੈਂ ਤੁਹਾਨੂੰ ਦਹੀਂ ਦਿਖਾਉਣਾ, ਜੇ ਤੁਸੀਂ ਪ੍ਰੋਗਰਾਮ ਤੋਂ ਬਾਅਦ ਤੁਹਾਨੂੰ ਦਿਖਾਉਣਾ, ਮੈਂ ਜਾਰ ਉਲਟਾ ਕਰ ਦੂੰਗਾ, ਉਹ ਥੱਲੇ ਡਿੱਗੂਗਾ। ਤੇ ਉਹ ਅਗਰ ਉਹਦਾ ਮੈਂ ਦਹੀਂ ਬਣਾ ਕੇ ਦਿੰਦਾ, ਦਹੀਂ ਤੇ ਉਹ ਵੀ ਪ੍ਰੋਬਾਇਓਟਿਕ ਹੈ। ਮੈਂ ਉਹਦੀ ਲੱਸੀ ਜਿਹੜੀ ਅੱਜ ਦੁਨੀਆ 'ਚ ਜਿੱਥੇ ਕੰਪੀਟੀਸ਼ਨ ਹੋਇਆ, ਉਹਦੇ 'ਚ ਸੌਫਟ ਡਰਿੰਕ ਦੇ ਵਿੱਚੋਂ ਜਿਹੜੀ ਆਪਣੀ ਲੱਸੀ ਹੈ ਉਹ ਪਹਿਲੇ ਨੰਬਰ 'ਤੇ ਆਈ। ਜਿਹੜੀ ਆਪਣੀ ਪਿਸਤਾ ਕੁਲਫੀ ਆ, ਉਹ ਡੈਜ਼ਰਟ ਦੇ ਵਿੱਚੋਂ ਪਹਿਲੇ ਨੰਬਰ 'ਤੇ ਆਈ ਹੈ। ਤੇ ਜੇ ਮੈਂ ਇਹਨਾਂ ਦੇ ਦੁੱਧ ਦਾ ਜਿਹੜਾ 200-300 ਲੀਟਰ ਦੁੱਧ ਆ, ਮੈਂ ਅਗਰ ਉਹਦਾ ਉਹ ਬਣਾ ਦਿਆਂ, ਵੈਲਿਊ ਐਡਿਡ ਪ੍ਰੋਡਕਟ ਬਣਾ ਦਿਆਂ, ਕੁਲਫੀ ਬਣਾ ਦਿਆਂ, ਉਹਦੀ ਉਹ ਲੱਸੀ ਤੇ ਉਹਦਾ ਦਹੀਂ ਬਣਾ ਦਿਆਂ, ਤੇ ਉਹ ਕਿਉਂ ਨਹੀਂ ਇਹਨਾਂ ਦੀ ਆਮਦਨ ਦੁੱਗਣੀ ਹੋਊਗੀ? ਕੁਲਦੀਪ ਸਿੰਘ ਜੀ 2 ਮਿੰਟ ਇੱਥੇ ਦੱਸ ਦਿਓ ਵੀ ਤੁਸੀਂ ਹੁਣ, ਮੈਂ ਤੁਹਾਨੂੰ ਆਨਲਾਈਨ ਟ੍ਰੇਨਿੰਗ ਦਿੱਤੀ ਹੈ, ਤੁਸੀਂ ਅੱਜ 2 ਪ੍ਰੈਕਟੀਕਲ ਮੇਰੇ ਕੋਲ ਕਰ ਲਏ, ਅੱਜ ਤੀਜਾ ਪ੍ਰੈਕਟੀਕਲ ਹੋ ਗਿਆ। ਹੁਣ ਤੁਸੀਂ ਮੈਨੂੰ ਦੱਸੋ ਵੀ ਕਿੰਨੇ ਮਹੀਨੇ ਲੱਗਣਗੇ ਤੁਹਾਨੂੰ ਆਪਣੀ ਆਮਦਨ ਦੁੱਗਣੀ ਕਰਨ 'ਚ? ਤੇ ਉਹ ਫੇਲ ਕਿਉਂ ਉਹਨੇ ਬੰਦ ਕਿਉਂ ਕਰਤਾ? ਤੋਂ ਦੁੱਧ ਦਾ ਇਕੱਲਾ ਕੰਮ ਆ ਵੀ ਪੰਜਾਬ ਦੇ ਵਿੱਚ ਮਲਕੀਤ ਸਿੰਘ ਇਹ ਵੀ ਦੱਸ ਦਿਓ ਕਿ ਅੰਬਾਨੀ ਵੈਸੇ ਤਾਂ ਕਹਿੰਦੇ ਕੋਈ ਵੀ ਬਿਜ਼ਨਸ 'ਚ ਹੱਥ ਪਾਉਂਦੇ ਨੇ ਉਸ 'ਚ ਮੁਨਾਫਾ ਹੀ ਮੁਨਾਫਾ ਹੁੰਦਾ ਹੈ, ਤਾਂ ਦੁੱਧ ਦੇ ਵਿੱਚ ਕਿਉਂ ਨਹੀਂ ਮੁਨਾਫਾ ਹੋ ਰਿਹਾ? ਬਿਲਕੁਲ। ਹੁਣ ਇਹ ਤਾਂ ਦੇਖੋ, ਮੈਂ ਤਾਂ ਕਿਉਂਕਿ ਮੈਂ ਤਾਂ ਖੁੱਲੀ ਕਿਤਾਬ ਆ, ਤੇ ਨਾ ਤਾਂ ਮੈਂ ਗੁਰਬਾਣੀ 'ਚ ਬਿਲੀਵ ਕਰਦਾ। ਬਾਬਾ ਨਾਨਕ ਨੇ 2 ਗੱਲਾਂ ਕਹੀਆਂ ਕਿ ਜੇ ਤੁਸੀਂ ਨਿਰਭਉ ਹੋਣਾ ਚਾਹੁੰਦੇ ਹੋ ਤਾਂ ਨਿਰਵੈਰ ਹੋਣਾ ਪਊਗਾ। ਤੇ ਅੱਜ ਮੈਂ ਅੰਬਾਨੀ, ਅਦਾਨੀ ਜਾਂ ਕਾਰਪੋਰੇਟ IMF, ਮੈਂ ਕਿਸੇ ਦਾ ਵਿਰੋਧੀ ਨਹੀਂ, ਮੈਂ ਕਿਸਾਨ ਦਾ ਵੀ ਸਕਾ ਨਹੀਂ, ਕਿਉਂਕਿ ਜਿਹੜਾ ਬੰਦੇ ਨੇ ਚੋਰੀ ਕਰਨੀ ਹੈ, ਠੱਗੀ ਕਰਨੀ ਹੈ, ਝੂਠ ਬੋਲਣਾ, ਗਲਤ ਚੀਜ਼ ਵੇਚਣੀ, ਮੈਂ ਉਹਦਾ ਕੰਸਲਟੈਂਟ ਵੀ ਨਹੀਂ ਬਣਦਾ, ਰਾਈਟ। ਤੇ ਮੈਂ ਅਗਰ ਉਸ ਚੀਜ਼ ਦੇ ਵਿੱਚ ਅੱਜ ਅੰਬਾਨੀ ਦੀ ਪ੍ਰੋਬਲਮ ਕੀ ਆਈ ਕਿ ਉਹਦਾ ਜਿਹੜਾ ਕੰਟਰੀ ਹੈਡ ਸੀ ਉਹ ਮੇਰੇ ਨਾਲ ਕੁਲੀਗ ਰਿਹਾ, ਮੇਰੇ ਨਾਲ ਕੰਮ ਕੀਤਾ ਉਹਨੇ, ਤੁਸੀਂ ਹੁਣ ਮਿਲ ਕੇ ਪੁੱਛ ਲਓ। ਉਹ ਮੇਰੇ ਕੋਲ ਘਰੇ ਆਸ਼ੀਰਵਾਦ ਲੈਣ ਆਇਆ ਜਦੋਂ ਉਹਨੂੰ ਕੰਟਰੀ ਹੈਡ ਬਣਾਇਆ ਗਿਆ, ਤੇ ਉਹ ਉਦੋਂ ਮਹਾਨ ਕੰਪਨੀ UP ਦੀ ਉਹਦਾ ਆਪਰੇਸ਼ਨ ਡਾਇਰੈਕਟਰ ਸੀਗਾ। ਤੇ ਉਹਨੇ ਮੈਨੂੰ ਕਿਹਾ ਵੀ ਮੁਕੇਸ਼ ਅੰਬਾਨੀ ਕਹਿੰਦਾ ਮੈਂ 20,000 ਕਰੋੜ ਰੁਪਏ ਇਨਵੈਸਟ ਕਰਨ ਲਈ ਤਿਆਰ ਹਾਂ, ਮੈਨੂੰ 5 ਸਾਲਾਂ 'ਚ ਨਾਰਥ ਇੰਡੀਆ 'ਚ ਪਹਿਲੇ ਨੰਬਰ 'ਤੇ ਲਿਆ ਦੇ। ਤੇ ਮੈਂ ਕਿਹਾ ਫਿਰ ਤੂੰ ਕੀ ਕਿਹਾ ਵੀ ਮੈਂ ਲਿਆ ਦੂੰ? ਕਹਿੰਦਾ ਜੀ ਮੈਂ ਕੋਸ਼ਿਸ਼ ਕਰੂੰਗਾ। ਮੈਂ ਕਿਹਾ ਮੈਂ ਤੁਹਾਨੂੰ ਹੁਣੇ ਦੱਸ ਦਿੰਦਾ। ਕਹਿੰਦਾ ਕੀ? ਮੈਂ ਕਿਹਾ ਜੇ ਮੈਂ ਮੱਝ ਦੇ ਦੁੱਧ ਗਾਂ ਦਾ ਪਾ ਕੇ ਵਿੱਚ ਪਾਣੀ ਪਾ ਦਾਂ, ਤੂੰ ਦੱਸ ਦੇਂਗਾ ਵੀ ਇਹਦੇ 'ਚ ਕਿੰਨਾ ਮੱਝ ਦਾ, ਕਿੰਨਾ ਗਾਂ ਦਾ, ਕਿੰਨਾ ਪਾਣੀ? ਕਹਿੰਦਾ ਨਹੀਂ, ਮੈਂ ਫਿਰ ਨਹੀਂ ਹੋਣਾ। ਹੁਣ ਜਿਹੜਾ ਤੁਸੀਂ ਕਾਰਨ ਆ, ਉਹ ਇਕੱਲਾ ਕਾਰਨ ਥੋੜ੍ਹੀ, ਤੁਸੀਂ ਤਾਂ ਹੈਰਾਨ ਹੋ ਜਾਓਗੇ ਜੇ ਮੈਂ ਤੁਹਾਨੂੰ ਕਹਾਂ ਵੀ ਜਿੰਨੇ ਹਿੰਦੁਸਤਾਨ 'ਚ ਸਕੈਮ ਹੋਏ ਨੇ ਉਹਨਾਂ ਸਾਰਿਆਂ ਦਾ ਟੋਟਲ ਕਰ ਲਓ, ਉਸ ਤੋਂ ਵੱਡਾ ਸਕੈਮ ਦੁੱਧ ਦਾ, ਸਭ ਤੋਂ ਵੱਡਾ, ਬਿਲੀਅਨ ਡਾਲਰ ਦਾ। ਕਿਉਂਕਿ ਅਗਰ ਇਕੱਲੀ ਮਿਲਕ ਫੈਡ ਪੰਜਾਬ ਨੂੰ 600 ਕਰੋੜ ਦਾ ਹਰ ਸਾਲ ਪਾਣੀ ਖਰੀਦਦੇ ਨੇ, ਉਹਨੂੰ ਦੁੱਧ ਦੇ ਪੈਸੇ ਦਿੰਦੇ ਆ। ਜਿੰਨਾ ਦੁੱਧ ਮਿਲਕ ਫੈਡ ਪੰਜਾਬ ਖਰੀਦੀ ਹੈ, ਹਿੰਦੁਸਤਾਨ ਦੇ ਦੁੱਧ ਨੂੰ ਜ਼ਰੂਰ ਦੇ ਲਓ, ਉਹ ਸਾਰਿਆਂ ਦਾ ਉਹਨਾਂ ਲਾਸ ਹੋ ਰਿਹਾ। आप बताएंगे। ਸੋ ਮਲਕੀਤ ਸਿੰਘ ਜੀ, ਤੁਸੀਂ ਹੁਣ ਆਰਾਮ ਨਾਲ ਇਹਨਾਂ ਨੂੰ ਬੋਤਲਾਂ ਨੂੰ ਇਸ ਮਸ਼ੀਨ 'ਚ ਰੱਖ ਦਿਓ ਤੇ ਇਹਦਾ ਜਿਹੜਾ ਢੱਕਣ ਹੈਗਾ ਉਹ ਲਗਾ ਦਿਓ।
ਦੇਖੋ ਕਲਿੱਪ ਲਾ ਕੇ ਵਿਸ਼ਾਲ ਜੀ ਤੁਸੀਂ ਕਲਿੱਪ ਲਗਾ ਕੇ ਉਹ ਇਹਨੂੰ ਟਾਈਟ ਕਰ ਦਿਓ। ਲਓ ਹੁਣ ਤੁਸੀਂ ਦੇਖੋ ਇਹਨਾਂ ਨੇ ਆਹ ਇਹਦੇ 'ਚ ਜਿਹੜੇ ਪੇਜ ਲਾ ਕੇ ਇਹਨੂੰ 에ਅਰ ਟਾਈਟ ਕਰ ਦੇਣਾ, ਕਿਉਂਕਿ ਇਹਦੇ ਅੰਦਰ ਪ੍ਰੈਸ਼ਰ ਵੀ ਬਣਨਾ ਹੈ, ਟੈਂਪਰੇਚਰ ਵੀ ਬਣਨਾ ਹੈ। ਇਹ ਜਿਹੜੀ ਰਬੜ ਦੀ ਸੀਲ ਲੱਗੀ ਹੋਈ ਹੈ, ਇਹ ਸੀਲ ਨੇ ਲੀਕ ਨਹੀਂ ਹੁੰਦਾ। ਸੋ ਅਗਰ ਆਪਾਂ ਇਹਦੇ 'ਚ ਪ੍ਰੈਸ਼ਰ ਗੇਜ ਲੱਗੀ ਹੋਈ ਹੈ, ਉਹਦੇ ਨਾਲ ਪ੍ਰੈਸ਼ਰ ਦਾ ਪਤਾ ਲੱਗ ਜਾਂਦਾ। ਇਹਦੇ ਅੰਦਰ ਇੱਕ ਪੰਪ ਲੱਗਿਆ ਹੈ, ਕੰਪਰੈਸਰ ਲੱਗਿਆ ਹੈ, ਜਿਹੜਾ ਹਵਾ ਹਾਈ ਪ੍ਰੈਸ਼ਰ ਤੇ ਹਵਾ ਵਿੱਚ ਇਹਦੇ ਛੱਡੇਗਾ। ਸੋ ਜਦੋਂ ਹਵਾ ਇਹਦੇ ਅੰਦਰ ਜਾਏਗੀ ਤਾਂ ਉਹਦੇ ਨਾਲ ਜਿਹੜੀ ਪਾਣੀ ਦੀ ਜਿਹੜੀ ਹਿਲਜੁਲ ਹੋਏਗੀ ਉਹ ਯੂਨੀਫਾਰਮ ਹੀਟਿੰਗ ਹੋਏਗੀ। ਜਿਹੜਾ ਬੋਤਲ ਦੇ ਸਾਰੇ ਸਾਈਡਾਂ ਤੇ ਅਗਰ ਆਪਾਂ ਇਹ ਹਵਾ ਵਿੱਚ ਨਹੀਂ ਇੰਜੈਕਟ ਕਰਦੇ ਤਾਂ ਉਹ ਕੁਛ ਹਿੱਸੇ ਨੂੰ ਟੈਂਪਰੇਚਰ ਲੱਗੂਗਾ, ਦੂਜੇ ਦਾ ਟੈਂਪਰੇਚਰ ਨਹੀਂ ਬਣੇਗਾ, ਅਲੱਗ-ਅਲੱਗ ਹੋਇਆ। ਉਹਦੇ 'ਚ ਹੈ ਕਿ ਪੂਰੀ ਬੋਤਲ ਦਾ ਜਿਹੜਾ ਦੁੱਧ ਹੈ ਉਹ ਜਿਹੜਾ ਪ੍ਰੀ ਟੈਂਪਰੇਚਰ ਆ, ਤੇ ਅਗਰ ਆਪਾਂ ਇਹਦੇ 'ਚ ਜਿਹੜਾ ਵੀ ਟੈਂਪਰੇਚਰ ਸੈੱਟ ਕੀਤਾ ਉਹ ਸਾਡਾ ਅਸੀਂ ਰਿਸਰਚ ਕਰਕੇ ਉਹ ਟੈਂਪਰੇਚਰ ਕੱਢਿਆ, ਪੈਸਚਰਾਈਜ਼ ਹੋ ਗਿਆ। ਫਿਰ ਆਪਾਂ ਇਸ ਨੂੰ ਅਗਲਾ ਜਿਹੜਾ ਹਿੱਸਾ ਹੈ ਕਿ ਉਸ ਤੋਂ ਬਾਅਦ ਆਪਾਂ ਕੀ ਕਰਨਾ ਹੈ ਉਹ ਆਪਾਂ ਇਸ ਆਪਰੇਸ਼ਨ ਤੋਂ ਬਾਅਦ ਤੁਹਾਨੂੰ ਅਸੀਂ ਐਕਸਪਲੇਨ ਕਰਾਂਗੇ। ਸੋ ਇਹਦੇ 'ਚ ਅਸੀਂ ਇਸ ਮਸ਼ੀਨ ਨੂੰ ਇੰਨਾ ਸਿੰਪਲ ਔਰ ਸਪਸ਼ਟ ਬਣਾਇਆ ਹੈ ਕਿ ਜਿਹੜਾ ਮਿਲਕ ਪ੍ਰੋਡਿਊਸਰ ਹੈ ਉਸ ਨੂੰ ਕੋਈ MSc PhD ਕਰਨ ਦੀ ਲੋੜ ਨਹੀਂ। ਉਹਨੇ ਸਿਰਫ ਆਪਣੀ ਮੱਝ ਜਾਂ ਗਾਂ ਦਾ ਦੁੱਧ ਚੋਣਾ ਔਰ ਚੋ ਕੇ ਇਸ ਬੋਤਲ 'ਚ ਪਾਉਣਾ ਹੈ। ਇਸ ਬੋਤਲ ਨੂੰ ਇਹਨਾਂ ਨੇ ਵਿਸ਼ਾਲ ਜੀ ਨੇ ਬਹੁਤ ਅੱਛਾ ਪ੍ਰੋਗਰਾਮ ਬਣਾਇਆ ਵੀ ਉਹਨੂੰ ਬੋਤਲ ਨੂੰ ਸੀਲ ਕਰਤਾ। ਉਹਦੇ 'ਤੇ ਆਪਾਂ ਸੀਲ ਕਰਤਾ ਨਾ। ਹੁਣ ਇਹਦੇ ਅੰਦਰ ਅਗਰ ਟੈਂਪਰੇਚਰ ਤੇ ਪ੍ਰੈਸ਼ਰ ਨਾਲ ਅਗਰ ਉਹ ਢੱਕਣ ਡਿਸਟਰਬ ਹੋ ਗਿਆ, ਵਿੱਚੋਂ ਦੁੱਧ ਬਾਹਰ ਨਿਕਲ ਗਿਆ ਜਾਂ ਪਾਣੀ ਵਿੱਚ ਚਲਾ ਗਿਆ ਤਾਂ ਆਪਣਾ ਸਾਰਾ ਨੁਕਸਾਨ ਹੋ ਜਾਏਗਾ। ਤੇ ਉਹ 에ਅਰ ਪ੍ਰੈਸ਼ਰ ਦੀ ਕਰਦੇ ਤੇ ਹੁਣ ਤੁਸੀਂ ਅੱਗੇ ਤੁਹਾਨੂੰ ਪਤਾ ਹੀ ਹੈ, ਤੁਸੀਂ ਇਹਨਾਂ ਨੂੰ ਦੱਸ ਦਿਓ ਵੀ ਕਿਹੜਾ ਬਟਨ ਦੱਬਣਾ ਤੇ ਉਹਦੇ ਨਾਲ ਉਹ अभी यहाँ से हमने ਉਹ ਇਹਨਾਂ ਤੋਂ ਕਰਾ ਦਿਓ। डायरेक्ट पावर दी है तो एयर अंदर के अंदर जानी चल गई है। ਕਿੰਨਾ ਹੋ ਗਿਆ? ये बस अब हम बंद कर देंगे इसको 5 पे। ਓਕੇ ਹੁਣ ਤੁਸੀਂ ਇਹਦਾ ਜਿਵੇਂ ਆਪਾਂ ਪ੍ਰੈਸ਼ਰ ਦੇਤਾ ਔਰ ਮੈਂ ਨਾਲ ਦੇ ਨਾਲ ਉਹਦੀ ਵਰਕਿੰਗ ਸਮਝਾ ਰਿਹਾ। ये लॉक कर दिया, इसको यहाँ से रिलीज कर दिया। ਹੁਣ ਜਿਹੜਾ ਪ੍ਰੈਸ਼ਰ ਸੀ ਉਹ ਇਹਦੇ ਵਿੱਚ ਲੌਕ ਹੋ ਗਿਆ। ਜਿਵੇਂ ਆਪਾਂ ਅੰਦਰ ਕਰੋਨਾ 'ਚ ਉਹ ਕਹਿੰਦੇ ਵੀ ਅੰਦਰ ਲੌਕ ਰਹਿ ਜਾਓ, यहाँ से हमने इसको ऑन कर दिया। ਹੁਣੇ ਔਨ ਕਰਤਾ ਹੋ ਗਈ ਹੈ। ਜਿਹੜੀ ਇਹਦੇ 'ਚ ਇਲੈਕਟ੍ਰਿਕ ਹੀਟਿੰਗ ਸਿਸਟਮ ਹੈ ਉਹਦੇ ਨਾਲ ਹੁਣ ਹੀਟਿੰਗ ਸ਼ੁਰੂ ਹੋ ਗਈ। ਤੇ ਤੁਹਾਨੂੰ ਮੈਂ ਦੱਸਿਆ ਸੀ ਵੀ ਜਿਹੜਾ ਲੂਇਸ ਪਾਸਚਰ ਜਿਹਨੇ ਪ੍ਰੈਸ਼ਰਾਈਜ਼ੇਸ਼ਨ ਬਣਾਈ ਉਹਨੇ ਕਿਹਾ ਵੀ ਅਗਰ ਤੁਸੀਂ ਥੋੜ੍ਹੇ ਜ਼ਿਆਦਾ ਟਾਈਮ ਲਾਉਣਾ ਹੈ ਤਾਂ 60 ਡਿਗਰੀ 62 ਡਿਗਰੀ ਦੇ ਉੱਤੇ ਤੁਸੀਂ ਅੱਧੇ ਘੰਟੇ ਲਈ ਇਹਨੂੰ ਉਹ ਟੈਂਪਰੇਚਰ ਮੇਨਟੇਨ ਕਰੋ। ਪ੍ਰੀਕਾਸ਼ਨਸ ਲੈ ਕੇ ਕੀਤਾ ਹੈ ਤਾਂ ਇਹਦਾ ਜਿਹੜਾ ਅਸੀਂ ਸੈਟਿੰਗ ਕੀਤੀ ਹੈ ਉਹ ਇੰਟਰਨੈਸ਼ਨਲ ਲੈਵਲ ਦਾ, ਜਿੱਥੇ ਦੁੱਧ ਜਿਹੜਾ ਹੁੰਦਾ ਉਹ ਬਹੁਤ ਸਫਾਈ ਨਾਲ ਚੁਆਇਆ ਜਾਂਦਾ ਔਰ ਉਸ ਦੁੱਧ ਨੂੰ ਉਹਦਾ ਮਾਈਕਰੋ ਬਾਇਓਲੋਜੀਕਲੀ ਕਾਊਂਟ ਜਿਹੜਾ ਇੰਨਾ ਘੱਟ ਹੁੰਦਾ ਵੀ ਅਸੀਂ ਇਸ ਨੂੰ ਉਸ ਟੈਂਪਰੇਚਰ ਤੇ ਇਹਦੇ ਸਾਰੇ ਕੀਟਾਣੂ ਮਰ ਜਾਣਗੇ। ਇੱਥੇ ਇੰਡੀਆ ਦੇ ਵਿੱਚ ਜਿਹੜੀਆਂ ਕੰਡੀਸ਼ਨਸ ਨੇ ਲੋਕੀ ਇਹ ਪ੍ਰੀਕਾਸ਼ਨਸ ਨਹੀਂ ਲੈਂਦੇ ਤਾਂ ਜਿਹੜਾ ਇਨੀਸ਼ੀਅਲ ਕਾਊਂਟ ਹੈ ਦੁੱਧ ਦਾ ਇੰਨਾ ਹਾਈ ਹੁੰਦਾ ਵੀ ਉਸ ਨੂੰ ਅਗਰ ਆਪਾਂ ਟੈਂਪਰੇਚਰ ਲੋ 'ਤੇ ਰੱਖਾਂਗੇ ਤਾਂ ਉਹ ਦੁੱਧ ਇੰਡੀਕੇਟ ਹੋ ਗਿਆ ਪੈਸਚਰਾਈਜ਼ ਹੋ ਗਿਆ, ਲੇਕਿਨ ਉਹਨੇ ਫਟ ਜਾਣਾ। ਸੋ ਇਹ ਸਾਰੀਆਂ ਗੱਲਾਂ ਇੰਟ੍ਰੀਕੇਸੀਜ਼ ਹੈਗੀਆਂ ਨੇ। ਹੁਣ ਇਹਦੇ ਜਿਹੜੀ ਅਸੀਂ ਸੈਟਿੰਗ ਕੀਤੀ ਹੈ ਉਹ ਇਸ ਲਈ ਕੀਤੀ ਹੋਈ ਆ, ਤੁਸੀਂ ਜਿਹੜਾ ਦੁੱਧ ਮੈਂ ਤੁਹਾਨੂੰ ਪੈਸਚਰਾਈਜ਼ ਕਰਕੇ ਦਿੱਤਾ ਤੇ ਅੱਜ ਤੁਹਾਨੂੰ ਪਲਾਤਾ ਵੀ ਅੱਜ 18 ਦਿਨਾਂ ਬਾਅਦ ਵੀ ਇੱਦਾਂ ਹੀ ਸੀ ਨਾ ਜਿੱਦਾਂ ਪਹਿਲਾਂ ਸੀ। ਤੇ ਇਹ ਮਸ਼ੀਨ ਜਿਹੜੀ ਹੁਣ ਤੁਸੀਂ ਇਸ ਮਸ਼ੀਨ ਦੇ ਉੱਤੇ ਵਿਸ਼ਵਾਸ ਰੱਖੋ, ਇਹ ਮਸ਼ੀਨ ਤੁਹਾਡੇ ਤੇ ਵਿਸ਼ਵਾਸ ਕਰੇਗੀ ਤੇ ਇਹਦੇ 'ਚ ਕੋਈ ਇੱਕ ਲੋਟ ਵੀ ਤੁਹਾਡਾ ਕੋਈ ਪ੍ਰੋਬਲਮ ਨਹੀਂ ਆਏਗੀ। ਹਾਂ, ਅਗਰ ਤੁਹਾਡੀ ਬੋਟਲ ਕਲੀਨ ਨਹੀਂ ਹੈ, ਤੁਹਾਡਾ ਢੱਕਣ ਕਲੀਨ ਨਹੀਂ ਹੈ, ਤੁਸੀਂ ਉਸ ਨੂੰ ਸੈਨੀਟਾਈਜ਼ ਨਹੀਂ ਕੀਤਾ ਹੈ, ਉਹ ਸਟਰਲਾਈਜ਼ ਨਹੀਂ ਹੋਈ ਤਾਂ 10 ਬੋਤਲਾਂ ਦੇ ਵਿੱਚੋਂ ਜੇ ਇੱਕ ਬੋਤਲ 'ਚ ਕੋਈ ਕਮੀ ਰਹਿ ਗਈ, ਉਹ ਬੋਤਲ ਜਿਹੜੀ ਹੈ ਉਸਦੀ ਸ਼ੈਲਫ ਲਾਈਫ ਜਿਹੜੀ ਆ ਉਹ 15 ਦਿਨ ਨਹੀਂ ਆਏਗੀ। ਹੋ ਸਕਦਾ 3 ਦਿਨ 4 ਦਿਨ ਬਾਅਦ ਉਹ ਦੁੱਧ ਫਟ ਜੇ। ਹੁਣ ਜਿਹੜਾ ਤੁਹਾਨੂੰ ਮੈਂ ਬੋਤਲਾਂ ਦਿੱਤੀਆਂ ਸੀ ਵੀ ਇੱਕ ਸੀਲ ਤੁਹਾਡੇ ਕੋਲੋਂ ਟੈਂਪਰੇਚਰ ਅਪਸੈਟ ਹੋ ਗਿਆ ਤਾਂ ਉਹਦੇ ਨਾਲ ਉਹ ਟੈਂਪਰੇਚਰ ਵੱਧ ਗਿਆ, ਉਹ ਪਾਪ ਹੋ ਗਿਆ। ਹਾਂਜੀ ਪਾਪ ਹੋ ਗਿਆ ਤਾਂ ਉਹਦੇ 'ਚ ਹਵਾ ਚਲੀ ਗਈ, ਹਵਾ ਚਲੀ ਗਈ ਤਾਂ ਉਹਦੇ ਜਰਮਸ ਵੀ ਚਲੇ ਗਏ, ਉਹਨਾਂ ਨੇ ਦੁੱਧ ਨੂੰ ਖੱਟਾ ਕਰਤਾ। ਠੀਕ ਹੋ ਗਿਆ। ਹੁਣ ਉਹ ਸਗੋਂ ਚੰਗਾ ਹੋਇਆ ਵੀ ਤੁਹਾਨੂੰ ਸਮਝ ਆ ਗਈ ਵੀ ਜੇ ਬੋਤਲ ਨੂੰ ਅਸੀਂ ਟੈਂਪਰੇਚਰ ਮੇਨਟੇਨ ਕਰਾਂਗੇ ਤਾਂ ਉਹ 15 ਦਿਨ ਵੀ ਠੀਕ ਰਹੂਗਾ। ਪਰ ਅਗਰ ਅਸੀਂ ਉਹ
ਟੈਂਪਰੇਚਰ ਨਹੀਂ ਮੇਨਟੇਨ ਕਰਾਂਗੇ ਤਾਂ ਉਹਦੇ 'ਚ ਮਿਸਫਾਇਰਿੰਗ ਹੋਏਗੀ। ਸੋ ਇਹ ਬਰੀਕੀਆਂ ਤਾਂ ਸਾਰੀਆਂ ਸਾਹਮਣੀਆਂ ਪੈਣਗੀਆਂ, ਪਰ ਇਹ ਕੋਈ ਮੁਸ਼ਕਲ ਨਹੀਂ ਹੈ। ਪਰ ਅਗਰ ਤੁਸੀਂ ਇਹ ਮਤਲਬ ਜਦੋਂ ਇਹਨੂੰ ਆਪਾਂ ਪੈਸਚਰਾਈਜ਼ ਹੋ ਗਿਆ, ਪੈਸਚਰਾਈਜ਼ ਹੋਣ ਤੋਂ ਬਾਅਦ ਆਪਾਂ ਇਸ ਨੂੰ ਕੱਢ ਕੇ ਰੂਮ ਟੈਂਪਰੇਚਰ 'ਤੇ ਲਿਆਂਦਾ, ਫਿਰ ਆਪਾਂ ਇਹਨੂੰ ਫ੍ਰਿਜ ਦੇ ਵਿੱਚ ਰੱਖ ਕੇ 4 ਡਿਗਰੀ ਤੋਂ ਘੱਟ ਟੈਂਪਰੇਚਰ ਕਰ ਲਿਆ। ਹੁਣ ਬਰਫ਼ ਹੈਗੀ ਆਪਣੇ ਕੋਲ, ਬਰਫ਼ ਖਤਮ ਹੋ ਗਈ, ਇਹਨੇ ਬਰਫ਼ ਦੇ ਦੇਣੀ ਹੈ। ਅੱਛਾ, ਬਰਫ਼ ਦਾ ਮੰਗਾ ਦੇ ਇਹਨਾਂ ਨੂੰ, ਕਿਉਂਕਿ ਇਹਨਾਂ ਨੇ ਹੁਣ ਜਾਣਾ ਸਰ ਤੇ ਇਹ ਜਿਹੜਾ ਟੈਂਪਰੇਚਰ ਹੈ ਇਹਨਾਂ ਨੂੰ ਤੁਸੀਂ ਇੱਥੋਂ ਉਦੋਂ ਡਿਸਪੈਚ ਕਰਨਾ ਜਦੋਂ ਇਹਨਾਂ ਦਾ ਦੁੱਧ ਦਾ ਟੈਂਪਰੇਚਰ 3 ਡਿਗਰੀ 'ਤੇ ਆ ਜਾਵੇ, ਬਰਫ਼ ਲਾ ਕੇ। ਵਿਸ਼ਾਲ ਜੀ, ਹਾਂ ਠੀਕ ਹੈ ਸਰ। ਹਾਂ, ਜਦੋਂ ਆ ਜਾਵੇ ਉਦੋਂ ਫਿਰ ਇਹਨਾਂ ਦੀ ਬੋਤਲ ਉਹਦੇ 'ਚ ਰਖਾ ਦਿਓ ਤੇ ਤੁਸੀਂ ਫਿਰ ਉੱਥੇ ਜਾ ਕੇ ਫਿਰ ਤੁਸੀਂ ਉਹਨੂੰ ਆਪਣਾ ਜਿੱਥੇ ਵੀ ਸਟੋਰ ਕਰਨਾ ਉਹ ਪਾਪ ਨਹੀਂ ਹੋਣ ਦੇਣਾ। ਹੁਣ ਸੀਲ ਲੱਗੀ ਹੋਈ, ਹੁਣ ਅਸੀਂ ਇਸ ਦੇ ਵਿੱਚ ਨਾ ਅਸੀਂ ਇਹਦੇ ਵਿੱਚ ਕੁਝ ਕੱਢ ਸਕਦੇ ਹਾਂ ਨਾ ਪਾ ਸਕਦੇ ਹਾਂ। ਇਹਦੇ 'ਤੇ ਤੁਸੀਂ ਥੱਲੇ ਤੁਹਾਡੇ ਦਸਤਖਤ ਕਰਾ ਦੇਣੇ ਇਹਨਾਂ ਨੇ, ਇਹਨਾਂ ਦੀ ਡੇਟ ਪਾ ਦੇਣਾ ਇਹਦੇ 'ਚ। ਉਹ ਮਾਰਕਰ ਦੇ ਨਾਲ ਮੈਂ ਤਾਂ ਹੁਣ ਚੱਲਿਆ ਜਾਊਂਗਾ ਤੇ ਤੁਸੀਂ ਮਾਰਕਰ ਦੇ ਨਾਲ ਇਹਨਾਂ ਬੋਤਲਾਂ ਥੱਲੇ ਤੇ ਇੱਕ ਬੋਤਲ ਤੁਸੀਂ ਰੱਖ ਲਿਓ। ठीक है, एक मेरे को फिर पे